हुक्मे जुग मह आया, चलन हुक्म संजोग जियो। हुक्मे जुग मह आया, चलन हुक्म संजोग जियो। हुक्मे परपंच पसरिया, हुक्मे करे रस भोग जियो। जिसनो करता बिसुरै, तिसहे बिछोड़ा सोग जियो। आपनड़ै प्रभ भाणिया, दरगह पैंदा जाए जियो। ऐथै सुख मुख उजला, इको नाम तिहाए जियो। इको नाम तिहाए जियो। आदर दिता पार ब्रह्म, गुर सेविया सत पाए जियो। गुर सेविया सत पाए जियो। थान थनंतर रब रहया, सर्ब जियां प्रतपाल जियो। सच खजाना संचया, एक नाम तन माल जियो। मन ते कबहू ना बिसरे, मन ते कबहू ना बिसरे। जां आपे होए दयाल जियो। जां आपे होए दयाल जियो। शब्द गुरु साहिब श्री गुरु ग्रंथ साहिब महाराज सच्चे पातशाह जी की पावन और पवित्र हजूरी विच जुड़ बैठे गुरु प्यारिओ, आप सारे ही अति सत्कारयोग धनता दे योग हों। बड़े भाग ने सतगुरां दी पावन पवित्र हजूरी विच जुड़न दा सुभाग प्राप्त होया है। सो आओ जो आपां राग सूही महला पंजवा अष्टपदियाँ घर नौवां इस पावन शब्द दे विचों एक बंद पहला विचार चुके हाँ, अगले बंद की विचार करनी है। जो आपां शब्द गुरु की पावन बाणी विचों सरवण कीता है, इस ही शब्द की विचार शुरू करिए। समुची संगत ने शब्द विचार शुरू करन तो पहला आपस विच गुरफतेह दी सांझ पाउणी। सब ने प्रेम सत्कार भावना सहित बोलना जी आखियो। वाहिगुरु जी का खालसा, वाहिगुरु जी की फतेह। अज दा पावन उपदेश
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਹੀ ਪਿਆਰਾ ਬਖਸ਼ਿਸ਼ ਕੀਤਾ ਹੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੱਲ ਹੀ ਇੱਥੇ ਖਤਮ ਹੋ ਗਈ ਕਿ ਪੂਰੀ ਦੀ ਪੂਰੀ ਪਾਵਨ ਬਾਣੀ। ਇੰਨਾ ਸੋਹਣਾ ਉਪਦੇਸ਼ ਹੈ, ਜੇ ਕੋਈ ਮਨੁੱਖ ਇਸ ਪਾਵਨ ਬਾਣੀ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ 'ਚ ਵਰਤ ਲਵੇ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨੁੱਖ ਅਮਰ ਹੋ ਜਾਂਦਾ ਹੈ, ਆਦਰ ਸਤਿਕਾਰ ਸ਼ਾਬਾਸ਼ੀ ਦਾ ਪਾਤਰ ਬਣ ਜਾਂਦਾ ਹੈ। ਪਰ ਕਦੋਂ? ਜਦੋਂ ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਹੈ ਤੇ ਗੁਰੂ ਬਾਣੀ ਰੂਪ ਨੇ, ਵਿੱਚ ਬਾਣੀ ਅੰਮ੍ਰਿਤ। ਇਸ ਪਾਵਨ ਬਾਣੀ ਦੇ ਵਿੱਚ ਅੰਮ੍ਰਿਤ ਖਜ਼ਾਨਾ ਛੁਪਿਆ ਹੋਇਆ ਹੈ ਤੇ ਅੰਮ੍ਰਿਤ ਖਜ਼ਾਨੇ ਤੱਕ ਪਹੁੰਚ ਕੇ ਮਨੁੱਖ ਆਪਣੇ ਆਪ ਨੂੰ ਸਫਲ ਕਰ ਲੈਂਦਾ ਹੈ, ਆਪਣੇ ਆਪ ਨੂੰ ਅਮਰ ਕਰ ਲੈਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪੂਰੀ ਦੀ ਪੂਰੀ ਸਾਡੀ ਜਿਹੜੀ ਜ਼ਿੰਦਗੀ ਹੈ, ਇਹਦਾ ਮਿਸ਼ਨ ਆ ਜਿਹੜਾ ਇੱਕੋ ਹੀ ਆ ਵੀ ਇਸ ਜਗਤ ਵਿੱਚ ਅਸੀਂ ਆਪਣੇ ਆਪ ਨੂੰ ਸਫਲ ਕਰਨਾ ਹੈ। ਵੈਸੇ ਬੰਦੇ ਦਾ ਸੁਭਾਅ ਵੀ ਬੰਦਾ ਦੂਜਿਆਂ ਨੂੰ ਮੱਤ ਦੇ ਕੇ, ਦੂਜਿਆਂ ਨੂੰ ਸਫਲਤਾ ਦਾ ਉਪਦੇਸ਼ ਸੁਣਾ ਕੇ ਖੁਸ਼ੀ ਮਹਿਸੂਸ ਕਰਦਾ। ਵੈਸੇ ਗੁਰਦੇਵ ਪਾਤਸ਼ਾਹ ਜੀ ਦਾ ਇੱਕ ਪਾਵਨ ਉਪਦੇਸ਼ ਹੈ ਵੀ ਪਾਤਸ਼ਾਹ ਜੀ ਕਹਿੰਦੇ ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ। ਉੱਥੇ ਜ਼ਿਕਰ ਕੀਤਾ ਵੀ ਜੋ ਤੇਰੇ ਕੋਲੇ ਗਿਆਨ ਹੈ, ਜੋ ਤੇਰੇ ਕੋਲੇ ਨਾਮ ਦੀ ਬਖਸ਼ਿਸ਼ ਹੈ, ਅੱਗੇ ਵੰਡ। ਜ਼ਿਕਰ ਹੀ ਕੀਤਾ ਵੀ ਅੱਗੇ ਵੰਡ। ਪਰ ਇੱਥੇ ਕਈ ਵਾਰ ਬੰਦਾ ਗੁਰੂ ਦੀ ਮੱਤ ਵੰਡਣ ਦੀ ਬਜਾਏ ਆਪਣੀ ਮੱਤ ਹੀ ਵੰਡਦਾ ਰਹਿੰਦਾ। ਇੱਥੇ ਫਰਕ ਪੈ ਗਿਆ। ਕਈ ਵਾਰ ਆਪਾਂ ਵੇਖਦੇ ਹਾਂ, ਕਈ ਵਾਰ ਬੰਦਾ ਅਜਿਹੀ ਕਰਤੂਤ ਦੇ ਬੰਦੇ ਨੂੰ ਇਉਂ ਵੀ ਕਹਿ ਕੇ ਟਾਲਾ ਵੱਟ ਜਾਂਦਾ ਵੀ ਬੰਦਾ ਯਾਰ ਹੋਛਾ ਗਾ, ਇਹ ਤੋਂ ਟਾਲਾ ਵੱਟੋ। ਉਸ ਬੰਦੇ ਕੋਲੇ ਕੋਈ ਖੜ ਕੇ ਰਾਜੀ ਨਹੀਂ ਹੁੰਦਾ ਗਾ। ਉਹਦਾ ਕਾਰਨ ਕੀ ਹੁੰਦਾ ਵੀ ਇਹਨੇ ਆਪ ਨੂੰ ਹੀ ਸੁਣਾਉਣੀ ਆ, ਨਾ ਸੁਣਨੀ ਆ ਤੇ ਨਾ ਕੋਈ ਚੱਜ ਦੀ ਗੱਲ ਕਰਨੀ ਆ। ਇਸ ਕਰਕੇ ਬੰਦੇ ਦਾ ਜਿਹੜਾ ਸੁਭਾਅ ਨਾ, ਬੰਦਾ ਆਪਣੀ ਹੀ ਜ਼ਿਆਦਾਤਰ ਗੱਲ ਨੂੰ ਸੁਣਾ ਕੇ ਰਾਜੀ ਹੈਗਾ। ਪਰ ਗੁਰੂ ਕੀ ਕਹਿੰਦਾ, ਤੂੰ ਗੁਰੂ ਦੀ ਮੱਤ ਨੂੰ ਵੰਡ ਭਾਈ, ਆਪਣੀ ਮੱਤ ਨੂੰ ਇੱਕ ਪਾਸੇ ਰੱਖ ਲਾ, ਉਹਨੂੰ ਇੱਕ ਸਾਈਡ ਤੇ ਰੱਖ ਲਾ। ਆਪਣੀ ਮੱਤ ਤਾਂ ਸਾਡੀ ਮਨ ਮੱਤ ਹੈ, ਮਨ ਦੀ ਮਰਜ਼ੀ, ਮਨ ਦੀ ਮੱਤ ਹੈ। ਪਰ ਜਿਹੜੀ ਗੁਰਮਤ ਹੈ ਉਹ ਗੁਰੂ ਦੀ ਮੱਤ ਹੈ। ਗੁਰੂ ਦੀ ਮੱਤ ਨੂੰ ਵੰਡਣ ਦਾ ਉਪਦੇਸ਼ ਤਾਂ ਦਿੱਤਾ, ਪਰ ਸਾਨੂੰ ਆਪਣੀ ਮੱਤ ਵੰਡਣ ਦਾ ਉਪਦੇਸ਼ ਨਹੀਂ ਦਿੱਤਾ ਹੈਗਾ। ਸੋ ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਅੱਜ ਦਾ ਉਪਦੇਸ਼ ਦਿੱਤਾ ਹੈ, ਸੋ ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਮਰਜ਼ੀ ਤਿਆਗ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਾਈਓ ਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਹਿੰਦੇ ਫਿਰ ਤੂੰ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ। ਤੇ ਗੁਰੂ ਦੀ ਮੱਤ ਕੀ ਆ? ਉਹਦਾ ਹੁਕਮ ਹੈ, ਉਹ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ, ਉਹਦਾ ਉਪਦੇਸ਼ ਹੈ। ਉਸੇ ਉਪਦੇਸ਼ ਦੀ ਪੰਜਵੇਂ ਪਾਤਸ਼ਾਹ ਨੇ ਗੱਲ ਕੀਤੀ ਹੈ, ਕਹਿੰਦੇ ਹੁਕਮੇ ਜੁਗਮ ਹੈ ਆਇਆ, ਚੱਲਣ ਹੁਕਮ ਸੰਜੋਗ ਜੀਓ। ਕਹਿੰਦੇ ਵੇਖ ਐ ਮਨੁੱਖ, ਤੂੰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਆਇਆ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਇੱਕ ਦਿਨ ਇੱਥੋਂ ਚਲਾ ਜਾਣਾ। ਚਲੋ ਆਪਾਂ ਇਉਂ ਮੰਨ ਲਓ ਵੀ ਜਿਹੜੀ ਇਹ ਗੱਲ ਵੀ ਹੁਕਮ ਦੇ ਵਿੱਚ ਆਇਆ, ਹੁਕਮ ਦੇ ਵਿੱਚ ਜਾਣਾ, ਇਹਦੇ ਬਾਰੇ ਸਾਨੂੰ ਸਾਰਿਆਂ ਨੂੰ
ਆਪਾਂ ਆਮ ਹੀ ਕਹਿ ਦਿੰਦੇ ਹਾਂ ਜੀ ਪਤਾ ਗਾ। ਕਿਉਂ ਪਤਾ ਗਾ? ਕਿਉਂਕਿ ਇਹ ਕਥਾ ਕਹਾਣੀਆਂ ਅਸੀਂ ਆਮ ਰੋਜ਼ ਦੇ ਵਰਤਾਰੇ ਵਿੱਚ ਸੁਣਦੇ ਹਾਂ। ਵੈਸੇ ਦੇਖੋ ਪਤਾ ਸਾਨੂੰ ਹੈ, ਪਰ ਉਹਦੇ ਤੇ ਕਦੇ ਆਪਣੇ ਧਿਆਨ ਨੂੰ ਅਸੀਂ ਕੇਂਦਰ ਨਹੀਂ ਕੀਤਾ, ਆਪਣੇ ਧਿਆਨ ਨੂੰ ਕਦੇ ਉਹਦੇ ਤੇ ਟਿਕਾਇਆ ਨਹੀਂ ਹੈ ਵੀ ਜੋ ਗੁਰਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਵੀ ਸੱਚ ਹੈ ਜਾਂ ਗਲਤ ਹੈ। ਜੇ ਕਿਤੇ ਧਿਆਨ ਨੂੰ ਟਿਕਾਇਆ ਹੁੰਦਾ ਤੇ ਫਿਰ ਉਹਨੂੰ ਆਪਾਂ ਆਪਣੇ ਜੀਵਨ ਵਿੱਚ ਅਜਮਾਉਂਦੇ, ਇੱਕ ਵਾਰੀ ਜ਼ਰੂਰ ਪ੍ਰੈਕਟੀਕਲ ਕਰਕੇ ਵੇਖਦੇ ਵੀ ਸੱਚਮੁੱਚ ਕਿ ਇਹ ਜਿਹੜਾ ਇੱਥੇ ਆਉਣ ਦਾ ਹੁਕਮ ਹੈ ਉਹ ਪ੍ਰਮਾਤਮਾ ਦਾ ਹੀ ਹੈ ਕਿ ਮੇਰਾ ਹੈ, ਜਾਂ ਮੇਰੀ ਮਾਂ ਦਾ ਜਾਂ ਮੇਰੇ ਪਿਓ ਦਾ। ਨਾ ਮਾਂ ਦਾ ਹੁਕਮ ਚੱਲਦਾ, ਨਾ ਪਿਓ ਦਾ, ਨਾ ਕਿਸੇ ਹੋਰ ਭੈਣ ਭਰਾ ਦਾ। ਇੱਥੇ ਕੇਵਲ ਤੇ ਕੇਵਲ ਇਸ ਜਗਤ ਵਿੱਚ ਆਉਣ ਦਾ ਹੁਕਮ ਉਹ ਪਰਮਾਤਮਾ ਦਾ ਹੀ ਹੁਕਮ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਚਲਾ ਜਾਣਾ। ਐਸੀ ਗੱਲ ਨਹੀਂ ਹੈ ਵੀ ਉਹਦੇ ਹੁਕਮ ਤੋਂ ਬਿਨਾਂ ਤੂੰ ਬਾਜ ਜਾਏਗਾ। ਬੜੇ ਲੋਕ ਨੇ, ਤੜਫਦੇ ਨੇ, ਦੁਖੀ ਨੇ, ਪਰ ਜਿੰਨਾ ਟਾਈਮ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਨਹੀਂ ਆਉਂਦਾ ਉਹਨਾਂ ਟਾਈਮ ਇਸ ਜਗਤ ਵਿੱਚੋਂ ਨਹੀਂ ਜਾਂਦੇ। ਆਪਾਂ ਪਿਛਲੇਰੀ ਵਿਚਾਰ ਵਿੱਚ ਵੀ ਸੁਣਿਆ ਸੀ ਵੀ ਜਿਹੜੀ ਜਿੰਦ ਆ ਨਾ, ਆਤਮਾ ਗੀ, ਉਹ ਰੱਬ ਦੇ ਹੁਕਮ ਵਿੱਚ ਸਾਡੇ ਸਰੀਰ ਵਿੱਚ ਪ੍ਰਵੇਸ਼ ਹੋਈ ਆ ਤੇ ਰੱਬ ਦੇ ਹੁਕਮ ਦੇ ਵਿੱਚ ਹੀ ਇਹ ਸਰੀਰ ਦੇ ਵਿੱਚੋਂ ਉਹਨੇ ਉਡਾਰੀ ਮਾਰ ਜਾਣੀ ਆ। ਪੰਜ ਤੱਤਾਂ ਦਾ ਇਹ ਸਰੀਰ ਆ ਜਿਹੜਾ ਸਾਨੂੰ ਇੱਥੇ ਮਿਲਿਆ ਤੇ ਪੰਜ ਤੱਤ ਇਕੱਠੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਸਰੀਰ ਦੀ ਬਣਤਰ ਬਣਾ ਦਿੱਤੀ। ਫਿਰ ਅਗਲੇ ਬੰਦ ਵਿੱਚ ਪਾਤਸ਼ਾਹ ਜ਼ਿਕਰ ਕਰਦੇ ਨੇ, ਹੁਕਮੇ ਪਰਪੰਚ ਪਸਰਿਆ। ਹੁਕਮ ਦੇ ਵਿੱਚ ਪਰਪੰਚ ਪੰਜ ਤੱਤ ਇਕੱਠੇ ਕੀਤੇ। ਦੇਖੋ ਕਈ ਵਾਰ ਨਾ ਆਪਾਂ ਇਦਾਂ ਹੱਥ ਖੜਾ ਕਰਕੇ ਸਮਝਾਉਣ ਦੇ ਲਈ ਜਾਂ ਸਮਝਣ ਦੇ ਲਈ ਇਹ ਗੱਲ ਕਹਿ ਦਿੰਦੇ ਆ ਵੀ ਦੇਖੋ ਜੀ ਪੰਜੇ ਉਂਗਲਾਂ ਵੀ ਇੱਕੋ ਜਿਹੀਆਂ ਨਹੀਂ ਹਨ। ਪੰਜੇ ਉਂਗਲਾਂ ਦਾ ਜਿਹੜਾ ਆਕਾਰ ਹੈ ਉਹ ਅੱਡੋ ਅੱਡਾ। ਅੱਛਾ, ਇਹ ਇਕੱਲਾ ਆਕਾਰ ਪੰਜੇ ਉਂਗਲਾਂ ਦਾ ਨਾ ਅੱਡੋ ਅੱਡ ਕੇਵਲ ਇੱਕ ਦੇਸ਼ ਵਿੱਚ ਰਹਿਣ ਵਾਲਿਆਂ ਦਾ ਨਹੀਂ, ਕੇਵਲ ਵੀ ਇੱਥੋਂ ਰਹਿਣ ਵਾਲਿਆਂ ਦਾ ਹੀ ਹੋਵੇ। ਜਿੱਥੋਂ ਤੱਕ ਵੀ ਆਪਾਂ ਮਨੁੱਖਤਾ ਨੂੰ ਵੇਖਾਂਗੇ, ਜਿੱਥੋਂ ਤੱਕ ਸਾਡਾ ਧਿਆਨ ਜਾਂਦਾ ਗਾ, ਉੱਥੋਂ ਤੱਕ ਹੀ ਜਿੱਥੇ ਜਾਵਾਂਗੇ, ਜਿਹੜੇ ਜੀਵ ਵੱਲ ਤੱਕਾਂਗੇ ਉਹਨਾਂ ਦਾ ਹੱਥ ਜਾਂ ਕੋਈ ਵੀ ਸਰੀਰ ਦਾ ਅੰਗ ਵੇਖਦੇ ਆ, ਸਭ ਨਮੂਨਾ ਘਾੜਤ ਇੱਕੋ ਜਿਹੀ ਆ। ਪਰ ਆਪਾਂ ਗੱਲ ਕੇਵਲ ਹੱਥ ਦੀ ਕਰਦੇ ਆ, ਪੰਜ ਉਂਗਲਾਂ ਦੀ ਕਰਦੇ ਆ। ਪੰਜੇ ਉਂਗਲਾਂ ਦਾ ਆਕਾਰ ਅਲੱਗ-ਅਲੱਗ ਹੈ। ਕਦੇ ਬੰਦੇ ਨੇ ਇਸ ਗੱਲ ਦਾ ਅਹਿਸਾਸ ਨਹੀਂ ਕੀਤਾ ਵੀ ਪੰਜੇ ਉਂਗਲਾਂ ਦਾ ਆਕਾਰ ਅਲੱਗ-ਅਲੱਗ ਕਿਉਂ ਆ। ਠੀਕ ਆ ਵੀ ਆਪਾਂ ਉਹ ਬੋਲੀ ਬੋਲ ਦਿੰਨੇ ਆ, ਜਿਵੇਂ ਆਪਾਂ ਕਹਿ ਦਿੰਦੇ ਜੀ ਹੁਕਮ ਦੇ ਵਿੱਚ ਬੰਦਾ ਆਇਆ, ਉਹਦੇ ਹੁਕਮ ਦੇ ਵਿੱਚ ਚਲਾ ਗਿਆ, ਪਤਾ ਹੀ ਆ ਸਾਰਿਆਂ ਨੂੰ। ਪਰ ਥੋੜਾ ਜਿਹਾ ਅਹਿਸਾਸ ਕਰ ਵੀ ਸੱਚਮੁੱਚ ਮੈਂ ਹੁਕਮ ਦੇ ਵਿੱਚ ਆਇਆ। ਮੈਨੂੰ ਇੱਥੇ ਲਿਆਉਣ ਵਾਲਾ ਨਾ ਮੇਰੀ ਮਾਂ ਨਾ ਮੇਰਾ ਪਿਓ, ਉਹਨਾਂ ਦੀ ਹਿੰਮਤ ਨਹੀਂ ਸੀ ਹੈ। ਜਿੱਦੇ ਇੱਥੋਂ ਜਾਣਾਗਾ ਨਾ ਉਹਨਾਂ ਦੀ ਹਿੰਮਤ ਆ ਮੈਨੂੰ ਰੋਕ ਲੈਣ। ਜਿੱਦੇ ਸਰੀਰ ਦੇ ਵਿੱਚੋਂ ਜਿੰਦ ਨਿਕਲਣੀ ਆ ਨਾ ਮੇਰੇ ਬੱਚੇ ਰੋਕਣ, ਨਾ ਮੇਰੇ ਪੋਤੇ ਰੋਕਣ, ਨਾ ਮੇਰੇ ਦੋਤੇ ਦੋਤੀਆਂ ਰੋਕ ਸਕਣ, ਕੋਈ ਨਹੀਂ ਰੋਕਦਾ। ਅਸਲ ਵਿੱਚ ਤਾਂ ਇਉਂ ਮੰਨ ਲਓ ਵੀ ਜਿੰਨਾ ਟਾਈਮ ਬੰਦੇ ਦਾ ਛਿੱਕਾ ਚੱਲਦਾ ਨਾ, ਕੰਮ ਧੰਦਾ ਚੱਲਦਾ ਗਾ, ਤੋਰਾ ਫੇਰਾ ਕਰਦਾ, ਉਹਨਾਂ ਟਾਈਮ ਹੀ ਸਤਿਕਾਰ ਆ। ਖਾਸ ਕਰਕੇ ਸਾਡੀ ਪੰਜਾਬ ਦੀ ਧਰਤੀ ਤੇ ਬਜ਼ੁਰਗਾਂ ਦਾ ਜਿਹੜਾ ਸਤਿਕਾਰ ਆ ਉਹ ਖਤਮ ਹੋ ਚੁੱਕਿਆ ਹੈਗਾ। ਬਿਰਲਿਆਂ ਨੂੰ ਛੱਡ ਦਿਓ, ਕਿਤੇ ਕਿਤੇ ਵੀ ਜਦੋਂ ਮਨੁੱਖ ਸਰੀਰ ਛੱਡ ਗਿਆ ਉਦੋਂ ਬਾਅਦ ਤੱਕ ਕਿਹਨੇ ਪੁੱਛਗਿੱਛ ਕਰਨੀ ਹੈ, ਉਹ ਤਾਂ ਗੱਲ ਹੀ ਖਤਮ ਆ। ਵੀ ਪਹਿਲੀ ਮੰਨ ਲਓ ਵੀ ਜਦੋਂ ਬੰਦਾ ਕੰਮ ਤੋਂ ਰਿਟਾਇਰ ਹੋ ਗਿਆ ਨਾ, ਉਦੋਂ ਕੰਮ ਤੋਂ ਬਾਅਦ ਬੰਦੇ ਦਾ ਸਤਿਕਾਰ ਆ ਜਿਹੜਾ ਘਟ ਜਾਂਦਾ ਗਾ। ਚਲੋ ਆਪਣੇ ਤੇ ਇੱਕ ਅਲੱਗ ਵਿਸ਼ਾ ਵੀ ਸਤਿਕਾਰ ਘਟਾਉਣਾ ਜਾਂ ਨਹੀਂ ਘਟਾਉਣਾ, ਤੇ ਜਿਹੜਾ ਗੁਰਬਾਣੀ ਦਾ ਫਰਮਾਨ ਆ ਵੀ ਨਹੀਂ ਘਟਾਉਣਾ ਚਾਹੀਦਾ। ਕਿਉਂਕਿ ਮਾਤਾ ਪਿਤਾ ਦੀ ਕਿਰਪਾ ਸਦਕਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਸਾਨੂੰ ਇਸ ਧਰਤੀ ਤੇ ਮਾਤਾ ਪਿਤਾ ਨੇ ਬਹੁਤ ਕੁਝ ਬਣਾ ਕੇ ਦਿੱਤਾ ਗਾ। ਚਲੋ ਉਹ ਇੱਕ ਸਰੀਰਕ ਤਲ ਤੇ ਬੰਦੇ ਨੇ ਸਰੀਰਕ ਤਲ ਨਾਲ ਜੁੜੀਆਂ ਹੋਈਆਂ ਵਸਤੂਆਂ ਬੜੀਆਂ ਇਕੱਠੀਆਂ ਕਰਦੀਆਂ, ਘਰ ਜ਼ਮੀਨ ਜਾਇਦਾਦ ਬਹੁਤ ਕੁਛ ਇਕੱਠਾ ਕਰਤਾ।
ਢੇਰ ਲਾਤਾ ਸਭ ਕੁਛ ਦਾ। ਪਰ ਦੇਖੋ ਉਹਨਾਂ ਦੇ ਵਿੱਚੋਂ ਲੇਖੇ ਵਿੱਚ ਇੱਕ ਚੀਜ਼ ਵੀ ਨਹੀਂ ਪੈਣੀ, ਜਿਹੜੀ ਅਸਲੀ ਚੀਜ਼ ਸੀ ਉਹ ਇਕੱਠੀ ਨਹੀਂ ਕੀਤੀ ਬੰਦੇ ਨੇ। ਧਨ ਬੜਾ ਇਕੱਠਾ ਕਰ ਲਿਆ, ਪਰ ਉਹ ਧਨ ਜਿਹਦੇ ਮਰਨ ਲੱਗੇ ਨਾ ਉਹਦੇ ਉਹ ਜਾਨ ਨਹੀਂ ਵਸਾ ਸਕਦਾ ਗਾ। ਉਹ ਸਾਡੇ ਜੀਵਨ ਨੂੰ ਬਚਾ ਨਹੀਂ ਸਕਦਾ, ਸਾਡੀ ਜਿੰਦ ਨੂੰ ਰੋਕ ਨਹੀਂ ਸਕਦਾ। ਇੱਥੇ ਪ੍ਰੈਕਟੀਕਲ ਕਰਨਾ ਵੀ ਉਹਦੇ ਜਿੱਦੇ ਰੱਬ ਦਾ ਹੁਕਮ ਆ ਗਿਆ ਨਾ ਵੀ ਇਸ ਸਰੀਰ ਦੇ ਵਿੱਚੋਂ ਜਿੰਦ ਨੇ ਨਿਕਲਣਾ, ਵੀ ਹੁਣ ਉਹ ਧਨ ਜ਼ਮੀਨ ਜਾਇਦਾਦ ਸਾਨੂੰ ਬਚਾ ਲਵੇ ਰੋਕ ਲਵੇ ਨਾ, ਸਗੋਂ ਉਲਟੇ ਇਹ ਹੁੰਦਾ ਵੀ ਹੁਣ ਮਰਨਾ ਤਾਂ ਹੈਗੇ ਯਾਰ, ਕਿਉਂ ਪੈਸੇ ਖਰਾਬ ਕੀਤੇ ਨੇ। ਪਿਆਰ ਕਿਹਨੂੰ ਕੀਤਾ ਗਿਆ? ਉਲਟਾ ਮਾਇਆ ਨੂੰ ਕੀਤਾ ਗਿਆ। ਆਪਣੀ ਕਈ ਵਾਰ ਇਹ ਆਵਾਜ਼ ਸੁਣਦੇ ਆ ਜੀ, ਦੇਖ ਲਓ ਤੁਹਾਡੀ ਮਰਜ਼ੀ ਆ, ਪੈਸੇ ਲਾਉਣੇ ਲਾ ਲਓ, ਬਚਦਾ ਤਾਂ ਹੈ ਨਹੀਂ ਗਾ। ਫਿਰ ਉਹ ਮੰਜੇ ਤੇ ਪਿਆ ਬੰਦਾ 2 ਦਿਨ 3 ਦਿਨ 10 ਦਿਨ 20 ਦਿਨ 2 ਸਾਲ ਦੁਖੀ ਹੋਈ ਜਾਵੇ, ਪਰ ਸੱਚ ਇਹ ਆ ਵੀ ਉਹ ਬੰਦਾ ਪਿਆ ਹੀ ਰਹਿੰਦਾ ਗਾ ਤੇ ਉਹਦੀ ਬਾਤ ਕੋਈ ਵੀ ਨਹੀਂ ਪੁੱਛਦਾ ਗਾ। ਇੱਦਾਂ ਦੇ ਕੇਸ ਆਪਾਂ ਨੂੰ ਬੜੇ ਮਿਲ ਜਾਂਦੇ ਨੇ। ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਕਹਿੰਦੇ ਤੇਰੀ ਕੋਈ ਕਿਸੇ ਨੇ ਪੁੱਛ ਗਿੱਛ ਨਹੀਂ ਕੀਤੀ, ਜੋ ਤੂੰ ਸਰੀਰਕ ਤਲ ਤੇ ਮਟੀਰੀਅਲ ਇਕੱਠਾ ਕੀਤਾ ਨਾ, ਇਹਦਾ ਸ਼ੌਂਕ ਆ ਤੈਨੂੰ, ਤੇਰੇ ਅੰਦਰ ਭਾਵਨਾ, ਪਰ ਉਹਨੇ ਕੰਮ ਨਹੀਂ ਆਉਣਾ। ਤੇਰੇ ਕੰਮ ਕੀ ਆਉਣਾ? ਪਰਮਾਤਮਾ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ, ਸੇਵਾ ਸਿਮਰਨ। ਤੇ ਸੇਵਾ ਸਿਮਰਨ ਤੇ ਬੰਦਾ ਲੱਤਾਂ ਆਪਣੀਆਂ ਪਿੱਛੇ ਨੂੰ ਧਰਦਾ, ਪੈਰ ਪਿਛਾਂਹ ਨੂੰ ਖਿੱਚਦਾ ਗਾ। ਬਾਣੀ 'ਚ ਵੀ ਲਿਖਿਆ ਨਾ, ਬੁਰੇ ਕਾਮ ਕੋ ਊਠ ਖਲੋਇਆ। ਬੁਰੇ ਕੰਮ ਕਰਨੇ ਹੋਣ ਤਾਂ ਬੰਦਾ ਸ਼ੇਰ ਵਰਗਾ। ਬਾਣੀ 'ਚ ਪਾਤਸ਼ਾਹ ਜੀ ਕਹਿੰਦੇ ਨੇ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ। ਨਾਮ ਕੀ ਵੇਲਾ, ਇਹ ਨਹੀਂ ਵੀ ਅੰਮ੍ਰਿਤ ਵੇਲੇ ਦੀ ਕੇਵਲ ਜ਼ਿਕਰ ਕੀਤਾ ਇੱਥੇ। ਨਾਮ ਕੀ ਵੇਲਾ ਤੋਂ ਕੀ ਭਾਵ ਹੈ? ਭਾਵ ਇਹ ਮਨੁੱਖਾ ਸਰੀਰ ਸਾਨੂੰ ਨਾਮ ਜਪਣ ਦਾ ਆਹਾਰ ਹੀ ਗੁਰੂ ਪਾਤਸ਼ਾਹ ਨੇ ਦਿੱਤਾ ਸੀਗਾ, ਵੀ ਤੇਰੀ ਜ਼ਿੰਦਗੀ ਸਫਲ, ਤੇਰੀ ਜ਼ਿੰਦਗੀ ਸਤਿਕਾਰਯੋਗ ਤਾਂ ਬਣ ਸਕਦੀ ਹੈ। ਪਰ ਉਹ ਚੀਜ਼ ਤੋਂ ਬੰਦਾ ਪਾਸੇ ਨਿਕਲ ਗਿਆ। ਨਾਮ ਕੀ ਵੇਲਾ, ਪੈ ਪੈ ਸੋਇਆ। ਬੰਦੇ ਨੂੰ ਪੁੱਛ ਕੇ ਦੇਖ ਲਓ, ਬਾਣੀ ਪੜ੍ਹ ਲਿਆ ਕਰੂ, ਕਹਿੰਦਾ ਟਾਈਮ ਨਹੀਂ ਹੈ। ਸੁਣ ਲਾ, ਕਹਿੰਦਾ ਟਾਈਮ ਨਹੀਂ। ਨਾਮ ਜਪ ਲਾ, ਕਹਿੰਦਾ ਟਾਈਮ ਨਹੀਂ। ਕਿਸੇ ਦੇ ਹੱਥ ਤੇ ਰੋਟੀ ਰੱਖ ਦੇ, ਕਹਿੰਦਾ ਨਹੀਂ ਟਾਈਮ ਨਹੀਂ ਹੈ। ਨਾ ਹੀ ਟਾਈਮ ਆ ਤੇ ਨਾ ਹੀ ਪੈਸੇ ਨੇ, ਹੈ ਵੀ ਨਹੀਂ ਕੁਛ, ਕਹਿੰਦਾ ਪੱਲੇ ਨਹੀਂ ਹੈ ਕੁਛ, ਕਹਿੰਦਾ। ਚਲੋ ਵਾਹਿਗੁਰੂ ਭਲਾ ਕਰੇ ਬੰਦੇ ਦੀ ਇਹ ਸੋਚ ਆ, ਪਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਕੀ ਸੀ, ਕੀ ਤੋਂ ਕੀ ਬਣ ਗਿਆ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਆਪਣੀ ਜ਼ਿੰਦਗੀ 'ਚ ਹੁਕਮ ਦੇਖਣਾ, ਉਹ ਪਰਮਾਤਮਾ ਦਾ ਹੁਕਮ ਜਿੱਦੇ ਹੁਕਮ ਆ ਗਿਆ ਉਹਦੇ ਸਰੀਰਕ ਤਲ ਤੇ ਜੋ ਮਟੀਰੀਅਲ ਇਕੱਠਾ ਕੀਤਾ ਉਹਨੇ ਕੰਮ ਨਹੀਂ ਆਉਣਾ। ਜੇ ਆਊਗਾ ਤਾਂ ਜ਼ਰੂਰ ਤੁਸੀਂ ਜੋ ਸੁਣਦੇ ਹੋ ਦੂਰ ਨੇੜੇ ਬੈਠ ਕੇ ਦੱਸਣ ਦੀ ਖਿਚਲਾ ਕਰਨੀ ਵੀ ਹਾਂ ਭਾਈ ਇਹ ਤਾਂ ਚੀਜ਼ਾਂ ਸਾਡੇ ਕੰਮ ਆਉਂਦੀਆਂ ਨੇ, ਸਾਡੇ ਮਰਦਿਆਂ ਦੇ ਮੂੰਹ 'ਚ ਪਾਣੀ ਪਾ ਦਿੰਦੀਆਂ ਨੇ। ਨਹੀਂ, ਕੋਈ ਨਹੀਂ ਪਾਵੇਗਾ। ਤੇਰਾ ਕੋਈ ਸੰਗੀ ਸਾਥੀ ਮਰਦੇ ਦੇ ਮੂੰਹ ਵਿੱਚ ਚਮਚਾ ਪਾਣੀ ਦਾ ਪਾ ਸਕਦਾ, ਪਰ ਬਚਾ ਨਹੀਂ ਸਕਦਾ। ਤੇ ਜਿਹੜਾ ਮਟੀਰੀਅਲ ਇਕੱਠਾ ਕੀਤਾ ਉਹਦੇ ਨਾਲ ਤੂੰ ਬਚ ਵੀ ਨਹੀਂ ਸਕਦਾ। ਵਾਹਿਗੁਰੂ ਭਲਾ ਕਰੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਹੁਕਮੇ ਪਰਪੰਚ। ਆਪਣੀ ਗੱਲ ਚੱਲੀ ਸੀ 5 ਤੱਤ, 5 ਉਂਗਲਾਂ। 5 ਉਂਗਲਾਂ ਬੰਦਾ ਕਹਿੰਦਾ ਇੱਕੋ ਜਿਹੀਆਂ ਨਹੀਂ, ਅੱਡੋ ਅੱਡ ਹੈ ਇਹ, ਛੋਟੀ ਵੱਡੀ। ਗੱਲ ਤਾਂ ਸੋਚਣ ਦੀ ਸੀ ਨਾ, ਬੰਦੇ ਨੇ ਸੋਚਿਆ ਨਹੀਂ ਹੈ ਵੀ ਭਾਵ 5 ਉਂਗਲਾਂ ਵੱਡੀਆਂ ਛੋਟੀਆਂ ਕਿਉਂ ਨੇ। ਤੇ ਅਗਲੀ ਗੱਲ ਇਹਦਾ ਜਵਾਬ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦੱਸ ਦਿੱਤਾ। 5 ਉਂਗਲਾਂ ਵੱਡੀਆਂ ਛੋਟੀਆਂ ਲਾ ਕੇ ਪਰਮਾਤਮਾ 5 ਉਂਗਲਾਂ ਨੂੰ ਇੱਕੋ ਜਿਹੀਆਂ ਵੀ ਲਾ ਸਕਦਾ ਸੀਗਾ। ਦੇਖੋ ਅੱਖਾਂ ਦੀ ਬਣਤਰ ਇੱਕੋ ਜਿਹੀ ਆ, ਚਲੋ ਕੋਈ ਵਾਹਿਗੁਰੂ ਕਿਰਪਾ ਅਜਿਹੀ ਵਰਤਾਉਂਦਾ, ਕਈ ਵਾਰ ਅਲੱਗ ਥੋੜਾ ਜਿਹਾ ਕੋਈ ਨਾ ਕੋਈ ਕੇਸ ਆ ਜਾਂਦਾ ਜਿੱਥੇ ਕੋਈ ਵੱਡੀ ਛੋਟੀ ਅੱਖ ਜਾਂ ਅੱਖ ਕਾਣੀ ਹੁੰਦੀ ਹੈਗੀ, ਜਾਂ ਕੋਈ ਕਿਸੇ ਕਾਰਨ ਫੁੱਟ ਗਈ, ਕੋਈ ਇਦਾਂ ਦਾ ਕੋਈ ਕੇਸ ਬਣ ਗਿਆ, ਕੋਈ ਅਲੱਗ ਵਿਸ਼ਾ। ਵੈਸੇ ਉਹ ਪਰਮਾਤਮਾ ਨੇ ਦੋਨੇ ਅੱਖਾਂ ਇੱਕੋ ਜਿਹੀਆਂ ਲਾਈਆਂ ਨੇ, ਅੱਖਾਂ ਵਿੱਚ ਕੋਈ ਫਰਕ ਨਹੀਂ ਹੈ। ਦੇਖੋ ਅੱਖਾਂ 2 ਨੇ, ਅੱਖਾਂ 2 ਆ ਨਾ, ਤੇ ਦੋਨੇ ਅੱਖਾਂ ਕੰਮ ਇੱਕੋ ਜਿਹਾ ਕਰਦੀਆਂ ਨੇ। ਇਹ ਨਹੀਂ ਹੈ ਵੀ ਇੱਕ ਅੱਖ ਵੱਧ ਕੰਮ ਕਰਦੀ ਹੈ, ਘੱਟ ਕੰਮ ਕਰਦੀ ਆ। ਦੋਨੇ ਇੱਕੋ ਜਿਹਾ ਫਿਰਦੀਆਂ ਨੇ, ਤਾਹਾਂ ਢਾਹਾਂ ਕਰਨੀਆਂ, ਸਾਈਡ ਤੇ ਕਰਨੀਆਂ, ਖੱਬੇ ਸੱਜੇ ਕਰਨੀਆਂ। ਦੋਨੇ ਇੱਕ ਰਾਏ ਨਾਲ ਚੱਲਦੀਆਂ ਨੇ, ਦੋਨਾਂ ਦੀ ਰਾਏ ਦੇ ਵਿੱਚ ਫਰਕ ਨਹੀਂ ਪੈਂਦਾ। ਦੋਨਾਂ ਦਾ ਪਿਆਰ ਕਿੰਨਾ, ਦੋਨੇ ਅੱਖਾਂ ਦਾ ਆਪਸ ਵਿੱਚ ਕਿੰਨਾ ਪਿਆਰ ਹੈ। ਹੁਣ ਚਲੋ ਮੰਨ ਲਓ ਅੱਖਾਂ ਉਹ ਪਰਮਾਤਮਾ ਨੇ ਇੱਕੋ ਜਿਹੀਆਂ ਲਾਤੀਆਂ, ਅਲੱਗ ਫਰਕ ਨਹੀਂ ਪਾਇਆ। ਦੋਵੇਂ ਕੰਨ ਵੀ ਇੱਕੋ ਜਿਹੇ ਲਾਤੇ। ਕੰਨਾਂ ਦੀ ਸੁਣਨ ਸ਼ਕਤੀ ਇਹ ਨਹੀਂ ਹੈ ਵੀ ਇੱਕ ਕੰਨ ਅਲੱਗ ਸੁਣ ਲੂ ਤੇ ਇੱਕ ਅਲੱਗ ਸੁਣ ਲੂਗਾ, ਇਹ ਨਹੀਂ ਲਾਇਆ।
ਲਾ ਸਕਦਾ ਸੀ ਜੇ ਉਹ परमात्मा ਚਾਹੁੰਦਾ ਵੀ ਇੱਕ ਕੰਨ ਤਾਂ ਖੱਬੇ ਪਾਸੇ ਜਿਹੜੇ ਬੋਲਣਗੇ ਉਹ ਸੁਣ ਲੂਗਾ, ਇੱਕ ਕੰਨ ਇਦਾਂ ਲਾਤਾ ਵੀ ਜਿਹੜੇ ਖੱਬੇ ਪਾਸੇ ਸੱਜੇ ਬੋਲਣਗੇ ਉਹ ਸੁਣ ਲੂਗਾ। ਦੋਨੇ ਕੰਨ ਇੱਕੇ ਵਾਰ ਇੱਕੋ ਹੀ ਗੱਲ ਸੁਣਦੇ ਨੇ, ਕੰਨ ਦੋ ਨੇ, ਦੋਨੇ ਕੰਨ ਇੱਕੇ ਵਾਰ ਇੱਕੋ ਹੀ ਗੱਲ ਸੁਣਦੇ ਨੇ, ਦੋਨੇ ਅੱਖਾਂ ਇੱਕੇ ਵਾਰ ਇੱਕ ਹੀ ਦੇਖਦੀਆਂ ਨੇ। ਇਹ ਨਹੀਂ ਹੈ ਵੀ ਇੱਕ ਅੱਖ ਖੱਬੇ ਪਾਸੇ ਦੇਖੀ ਜਾਂਦੀ ਆ ਤੇ ਇੱਕ ਅੱਖ ਸੱਜੇ ਪਾਸੇ ਦੇਖੀ ਜਾਂਦੀ ਆ। ਭਾਵ ਅੱਖਾਂ ਕੰਨ ਉਹ ਵਾਹਿਗੁਰੂ परमात्मा ने ਇੱਕੋ ਜਿਹੇ ਜੜੇ ਨੇ, ਇੱਕੋ ਜਿਹੇ ਲਾਏ ਨੇ, ਪਰ 5 ਉਂਗਲਾਂ ਇਹ ਅੱਡੋ ਅੱਡ ਲਾ ਦਿੱਤੀਆਂ। ਪਰ ਇਹਨਾਂ ਦਾ ਕਾਰਨ ਕੀ ਹੈ? ਜੋ ਦਿਮਾਗ ਦੇ ਵਿੱਚ ਆਇਆ, ਜੋ ਵਾਹਿਗੁਰੂ परमात्मा ने ਮੱਤ ਦਿੱਤੀ ਆ। ਹੁਣ ਇਹਦਾ ਸਿੱਧ ਕੀ ਹੁੰਦਾ ਵੀ ਇਹ 5 ਉਂਗਲਾਂ ਤੋਂ ਅਸੀਂ ਸਿੱਖਿਆ ਲੈਣੀ ਸੀ। 5 ਉਂਗਲਾਂ ਵੱਡੀਆਂ ਛੋਟੀਆਂ ਕਿਉਂ ਲਾਈਆਂ ਨੇ? 5 ਉਂਗਲਾਂ ਤੇ 5 ਤੱਤ। ਇੱਥੇ ਗੱਲ ਆ ਗਈ ਹੁਕਮੇ ਪ੍ਰਪੰਚ ਪਸਰਿਆ ਵੀ ਉਹ परमात्मा ਦੇ ਹੁਕਮ ਵਿੱਚ 5 ਤੱਤ ਬਣ ਗਏ। ਹਵਾ, ਪਾਣੀ, ਅੱਗ, ਆਕਾਸ਼, ਮਿੱਟੀ, 5 ਤੱਤ ਹਨ। 5 ਤੱਤਾਂ ਦਾ ਨਮੂਨਾ ਜਿਹੜਾ ਅਲੱਗ-ਅਲੱਗ ਆ। ਹਵਾ ਉਹ ਤਾਂ ਨਜ਼ਰ ਹੀ ਨਹੀਂ ਆਉਂਦੀ, ਪਾਣੀ ਉਹ ਸਾਨੂੰ ਦੀਂਦਾ, ਪਾਣੀ ਦਾ ਅਲੱਗ ਨਮੂਨਾ, हवा पानी अग अग का अलग नमूना, आकाश वो जिस आकाश विच आपां रह रहे हाँ, मिट्टी जो मिट्टी का नमूना अलग है। 5 तत्तां का नमूना अलग अलग है। 5 तत्तां दी अड्डो अड्ड अहमियत। मान लो साहां दी अहमियत, हवा की अहमियत बहुत ज़्यादा, हवा की अहमियत बहुत ज़्यादा है। चलो अगे आ जाओ, हवा तो बाद पानी, पानी बिना जिंदगी नहीं है, पानी की अहमियत भी बहुत आ। हवा ना होवे तां भी बंदे का जीवन डैडा खत्म आगा, पानी ना होवे तां भी खत्म आ। अग की अहमियत भी अपनी थां ते बहुत आ, पर उन्हां पहले 2 तत्तां नालों अग की अहमियत थोड़ी जी घट है बहुत, पर पहले 2 नालों थोड़ी जी घट आ। फिर आकाश, आकाश की अहमियत बहुत ज़्यादा, पर थोड़ा बहुता पहले 2 तत्तां नालों फर्क है। मिट्टी, मिट्टी की अहमियत बहुत ज़्यादा। ये शरीर साडा मिट्टी हैगा, मिट्टी तो मिट्टी तक का सफ़र है। मिट्टी चो जम्मे तो मिट्टी अंत हो जाता बंदा। पर इवें जिमें 5 तत्तां विच माड़ा मोटा 1-2 पॉइंट जे फर्क है तो उन्हां च बड़े छोटे दा पण हैगा। इवें जिमें 5 ਉਂਗਲਾਂ ने, 5 ਉਂਗਲਾਂ ਦੇ ਵਿੱਚ आपस ਵਿੱਚ फर्क आ। 5 ਉਂਗਲਾਂ ਇੱਕੋ ਜਿਹੀਆਂ नहीं, ਵੱਡੀਆਂ ਛੋਟੀਆਂ ਨੇ। ਇਹਨਾਂ ਦੇ ਵਿੱਚ अर्थ भाव की बन गया? 5 तत्त भावें एक दूजे नाल बिल्कुल रलदे नहीं हैं, आपस ਵਿੱਚ ਇਹ ਉਹਨਾਂ ਦਾ ਇੱਕ ਦੂਜੇ ਨਾਲ ਸੁਭਾਅ ਮਿਲਦਾ ਨਹੀਂ ਹੈ, ਉਹਨਾਂ ਦੀ ਤਸਵੀਰ ਆਪਸ ਵਿੱਚ ਇੱਕ ਦੂਜੇ ਨਾਲ ਮਿਲਦੀ ਨਹੀਂ ਹੈ। ਉਹਨਾਂ ਦੇ ਵਿੱਚ ਮੰਨ ਲਓ ਵੀ ਛੋਟਾ ਮੋਟਾਪਣ ਹੈਗਾ, ਵੱਡਾ ਛੋਟਾਪਣ 5 ਤੱਤਾਂ ਵਿੱਚ ਹੈਗਾ। पर गुरु साहब ने कहता जिन्ना टाइम असली गल की आ 5 तत्तां नूं इकट्ठा नहीं करते ते उन्ना टाइम मनुखी शरीर की घाट घड़ी नहीं जाती। 5 तत्तां की अहमियत अगे जाके उन्हां दे इकट्ठ च जे वो अड्डो अड्ड ने तो बंदा नहीं बन सकता, कोई भी जीव नहीं बन सकता। बंदा तो छड्डो, कीड़ी आ वो भी 5 तत्तां दा शरीर हैगा, हाथी आ वो भी 5 तत्तां दा शरीर, बंदा वो भी 5 तत्तां दा। 5 तत्त आपो अपनी थां ते अहमियत रखते ने, पर 5 तत्त इकट्ठे होण ते ही भाव हरेक जीव की घाट घड़ी जाती है। ये वो परमात्मा ने बख्शिश कर दी। हुण कल्ली कल्ली ਉਂਗਲ की ताकत थोड़ी आ, पर चेता रखियो जदों 4 ਉਂਗਲਾਂ अंगूठे समेत इकट्ठियां हो गईयां तो की बन गया? घसौना। तो आपां नूं पता ना भी ये घसौना 5 ਉਂਗਲਾਂ का इकट्ठा होया साडी मदद भी कर जांदा गा। किसी जीव ते वार करना हथों खाली आ, पर मदद भी हो जाती है। 5 तत्ता 5 ਉਂਗਲਾਂ इकट्ठियां कीतियां थप्पड़ के रूप में भी काम कर जांदियां ने। कहण तो भाव दूजी गल ये आ भी 5 ਉਂਗਲਾਂ ਜਿਹੜੀਆਂ ਵੱਡੀਆਂ ਛੋਟੀਆਂ परमात्मा ने लाइयां ने, ये ला दित्तियां। ये संसार भी इवें जिवें ਵੱਡਾ ਛੋਟਾ गा भाई।
ਪਹਿਲਾਂ ਤਾਂ ਪੰਜੇ ਉਂਗਲਾਂ ਦਾ ਇੱਕ ਸਾਰ ਤਾਂ ਦੱਸ ਦਿੱਤੀ ਪਾਤਸ਼ਾਹ ਨੇ ਵੀ ਇਕੱਠੀਆਂ ਹੋ ਕੇ ਹੀ ਇਹ ਤਾਕਤ ਬਣਦੀ ਇਹਨਾਂ ਦੀ, ਤੇ ਪੰਜੇ ਤੱਤਾਂ ਦਾ ਇਕੱਠਾ ਹੋ ਕੇ ਹੀ ਤਾਕਤ ਬਣਦੀ ਹੈ। ਇਵੇਂ ਜਿਵੇਂ ਇਹ ਸੰਸਾਰ ਦੇ ਵਿੱਚ ਕੋਈ ਚੀਚੀ ਵਰਗੇ ਲੋਕ ਨੇ, ਛੋਟੇ ਨੇ, ਕੋਈ ਥੋੜੇ ਜਿਹੇ ਮੱਧ ਵਰਗ ਦੇ ਵਿੱਚ ਨੇ, ਕੋਈ ਅਮੀਰ ਵਰਗ ਦੇ ਵਿੱਚ ਨੇ, ਪਰ ਇੰਨਾ ਖਿਆਲ ਜ਼ਰੂਰ ਰੱਖਿਓ, ਨਾ ਇਸ ਧਰਤੀ ਤੇ ਛੋਟਿਆਂ ਬਿਨਾਂ ਸਰੇ, ਨਾ ਮੱਧ ਵਰਗ ਬਿਨਾਂ ਸਰੇ, ਤੇ ਨਾ ਅਮੀਰਾਂ ਬਿਨਾਂ ਸਰੇ। ਅਰਥ ਭਾਵ ਕੀ ਬਣ ਗਿਆ, ਇਹ ਦੁਨੀਆ ਦੇ ਵਿੱਚ ਲੋਕ ਵੱਡੇ ਛੋਟੇ ਨੇ, ਪਰ ਵੱਡੇ ਛੋਟਿਆਂ ਦੀ ਤਾਕਤ ਰਲ ਕੇ ਹੀ ਇੱਕ ਸੰਸਾਰ ਹੈ, ਇੱਕ ਸੰਸਾਰ ਦੀ ਜਿੱਤ ਹੈ, ਵੱਡੇ ਛੋਟੇ ਰਲ ਕੇ। ਮੰਨ ਲਓ ਸਾਰੇ ਅਮੀਰ ਹੋਣ, ਕੰਮ ਕੌਣ ਕਰੂਗਾ? ਸਾਰੇ ਅਮੀਰ ਹੋਣ ਵਾਢੇ ਨਾਲ। ਵੈਸੇ ਠੀਕ ਆ, ਬਾਬੇ ਨਾਨਕ ਨੇ ਤਾਂ ਕੰਮ ਨੂੰ ਬੜਾ ਹੀ ਪਿਆਰ ਕੀਤਾ, ਆਪਾਂ ਬਹੁਤ ਵਾਰੀ ਸੁਣਿਆ, ਪਰ ਸਾਡੇ ਸੰਸਾਰ ਨੇ ਨਾ ਕੰਮ ਵਾਲੇ ਬੰਦਿਆਂ ਦੀ ਕਦਰ ਨਹੀਂ ਪਾਈ ਗਈ। ਇਹ ਸਾਡੇ ਸੰਸਾਰ ਦਾ ਸੁਭਾਅ ਆ, ਇਉਂ ਕਹਿ ਲਓ ਸਾਡੇ ਪਰਿਵਾਰ ਦਾ ਸੁਭਾਅ ਆ। ਬਾਬੇ ਨਾਨਕ ਨੇ ਤਾਂ ਕੰਮ ਵਾਲੇ ਨੂੰ ਪਿਆਰ ਕੀਤਾ ਸੀਗਾ। ਹੁਣ ਮੂਲ ਮੰਤਰ ਆਪਾਂ ਪੜ੍ਹਦੇ ਆ ਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਕਰਤਾ ਪੁਰਖ ਤੋਂ ਭਾਵ ਪਰਮਾਤਮਾ ਕਰਤਾ ਪੁਰਖ ਹੈ, ਉਹ ਕਿਰਤ ਨੂੰ ਜਨਮ ਦਿੰਦਾ ਹੈਗਾ। ਤੇ ਜੇ ਰੱਬ ਕਿਰਤੀ ਆ, ਸਾਡਾ ਗੁਰੂ ਵੀ ਕਿਰਤੀ ਆ, ਤੇ ਗੁਰੂ ਕਿਰਤੀ ਰੱਬ ਕਿਰਤੀ, ਉਹਨੇ ਕਿਰਤ ਨੂੰ ਮਾਨਤਾ ਵੀ ਦਿੱਤੀ ਆ। ਸੋ ਕਹਿਣ ਤੋਂ ਭਾਵ ਇਹ ਹੈ ਵੀ ਸੰਸਾਰ ਦੇ ਵਿੱਚ ਵੱਡੇ ਜੀਵ ਵੀ ਨੇ, ਵੱਡੇ ਲੋਕ ਵੀ ਨੇ, ਛੋਟੇ ਵੀ ਨੇ, ਮੱਧ ਵਰਗ ਦੇ ਵੀ ਨੇ। ਇਹਨਾਂ ਸਾਰਿਆਂ ਨੂੰ ਮਿਲ ਕੇ ਹੀ ਇੱਕ ਤਾਕਤ ਬਣਦੀ ਆ। ਇੱਕ ਤਾਕਤ ਤੋਂ ਅੱਗੇ ਪੂਰਾ ਢਾਂਚਾ ਚੱਲਦਾ ਗਾ, ਪੂਰੇ ਦਾ ਪੂਰਾ ਸੰਸਾਰ ਦਾ ਪ੍ਰਬੰਧਕ ਹੀ ਸਿਸਟਮ ਚੱਲਦਾ ਗਾ। ਜੇ ਸਾਰੇ ਕਹੀਏ ਨਾ ਇੱਕੋ ਜਿਹੀ ਹੋ ਜਾਣ, ਕੌਣ ਛੋਟੇ ਕੰਮ ਕਰੂ, ਕੌਣ ਵੱਡੇ ਕੰਮ ਕਰੂ? ਕਿਸੇ ਨੂੰ ਵਾਹਿਗੁਰੂ ਨੇ ਵਪਾਰ ਦੇ ਵਿੱਚ ਜੋੜ ਦਿੱਤਾ, ਕਿਸੇ ਨੂੰ ਵਾਹਿਗੁਰੂ ਨੇ ਮਜ਼ਦੂਰੀ ਵਿੱਚ ਜੋੜ ਦਿੱਤਾ, ਕਿਸੇ ਨੂੰ ਕੂੜਾ ਕਰਕਟ ਚੱਕਣ ਲਾ ਦਿੱਤਾ, ਤੇ ਕਿਸੇ ਨੂੰ ਚੁਕਾਉਣ ਲਾ ਦਿੱਤਾ। ਉਹ ਪਰਮਾਤਮਾ ਦੇ ਆਪਣੇ ਰੰਗ ਨੇਗੇ। ਪਰ ਕਹਿਣ ਤੋਂ ਭਾਵ ਕੀ, ਜਿਵੇਂ ਪੰਜੇ ਉਂਗਲਾਂ ਵੱਡੀਆਂ ਛੋਟੀਆਂ ਨੇ, ਪਰ ਜੇ ਆਪਾਂ ਕਹੀਏ ਵੀ ਚੀਚੀ ਦੀ ਅਹਿਮੀਅਤ ਘੱਟ ਆ, ਨਹੀਂ, ਦੇਖਣ ਨੂੰ ਛੋਟੀ ਲੱਗਦੀ ਆ, ਪਰ ਉਹਦੀ ਵੀ ਵਰਤੋਂ ਕੀਤੀ ਜਾਂਦੀ ਆ ਜਦੋਂ ਇਕੱਠ ਹੋ ਜਾਂਦਾ ਨਾ, ਪੰਜੇ ਉਂਗਲਾਂ ਦਾ ਇੱਕ ਹੋ ਜਾਂਦਾ ਗਾ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪੰਜੇ ਤੱਤ ਭਾਵੇਂ ਆਪੋ ਆਪਣੀ ਥਾਂ ਤੇ ਅਹਿਮੀਅਤ ਰੱਖਦੇ ਨੇ, ਪਰ ਜਦੋਂ ਪੰਜੇ ਤੱਤ ਇਕੱਠੇ ਹੋ ਜਾਂਦੇ ਨਾ, ਅਸਲ ਦੇ ਵਿੱਚ ਉਹਨਾਂ ਦੀ ਫੁੱਲ ਤਾਕਤ 100% ਤਾਕਤ ਤਦ ਬਣਦੀ ਹੈ, ਉਦੋਂ ਮਨੁੱਖੀ ਸਰੀਰ ਦੀ ਘਾੜਤ ਘਟੀ ਜਾਂਦੀ ਆ। ਉਹ ਮਾਲਕ ਪਰਮਾਤਮਾ ਕਿਰਪਾ ਕਰਦਾ। ਕੇਵਲ ਮਨੁੱਖ ਦਾ ਸਰੀਰ ਨਹੀਂ, ਸਾਰੇ ਜੀਵ ਜਿੰਨੇ ਵੀ ਹਨ ਪੰਜੇ ਤੱਤਾਂ ਦੇ ਬਣੇ ਹੋਏ ਨੇ। ਚਲੋ, ਸਾਰਿਆਂ ਨਾਲੋਂ ਸਰਦਾਰ ਕੌਣ ਹੈ? ਮਨੁੱਖ। ਅਗਲਾ ਬੰਦਾ, ਹੁਕਮ ਕਰੇ ਰਸ ਭੋਗ ਜੀਓ। ਹੁਕਮ ਦੇ ਵਿੱਚ ਬੰਦਾ ਆਇਆ, ਸਮਝਿਆ ਨਹੀਂ ਮੈਂ ਕੀ ਕਰਨਾ ਸੀ, ਗੁਰ ਉਪਦੇਸ਼ ਤੋਂ ਬਿਨਾ ਅੱਗੇ ਹੁਕਮ ਦੇ ਵਿੱਚ ਉੱਥੋਂ ਚਲਾ ਗਿਆ। ਇੱਕ ਪੰਕਤੀ ਵਿਚਾਰ ਲਈ, ਦੂਜੀ ਅੱਧੀ ਪੰਕਤੀ ਕੀ ਸੀ? ਹੁਕਮੇ ਪਰਪੰਚ ਪਸਰਿਆ। ਹੁਕਮ ਦੇ ਵਿੱਚ ਉਹ ਮਾਲਕ ਪਰਮਾਤਮਾ ਨੇ ਸਾਡੇ ਸਰੀਰ ਨੂੰ ਪੰਜ ਤੱਤਾਂ ਦਾ ਬਣਾ ਦਿੱਤਾ। ਹਵਾ, ਮਿੱਟੀ, ਪਾਣੀ, ਅੱਗ, ਆਕਾਸ਼ ਉਹ ਸਾਰੇ ਜਾਣਦੇ ਆ। ਅੱਗੇ ਕਰਨਾ ਸੀ ਬੰਦੇ ਨੇ ਕੰਮ ਕਿਹੜਾ? ਆਪਣੇ ਆਪ ਨੂੰ ਗੁਰੂ ਨਾਲ ਜੋੜ ਕੇ ਬਣਾਉਣਾ ਸੀ ਸਿਆਣਾ। ਪਰ ਸ਼ਾਇਦ ਸਾਡੀ ਦੁਨੀਆ ਦਾ ਇੱਕ ਸੁਭਾਅ, ਕਿਉਂਕਿ ਬੰਦੇ ਦਾ ਜਿਹੜਾ ਸੁਭਾਅ ਨਾ, ਉਹ ਹਮੇਸ਼ਾ ਨੀਵੇਂ ਵਾਲੇ ਪਾਸੇ ਆਉਂਦਾ ਗਾ। ਜਿਵੇਂ ਮੰਨ ਲਓ ਪਾਣੀ ਦਾ ਜਮਾਂਦਰੂ ਸੁਭਾਅ ਗਾ। ਜੇ ਕੋਈ ਪੁੱਛੇ ਨਾ ਵੀ ਇਹ ਪਾਣੀ ਨੇ ਕਿਸ ਦਿਨ ਤੋਂ ਆਰੰਭ ਕੀਤਾ, ਕਿਵੇਂ ਹੇਠਲੇ ਪਾਸੇ ਨੂੰ ਆਉਣਾ, ਵੀ ਉਹ ਕਿਹੜਾ ਦਿਨ ਸੀ, ਕਿਹੜੀ ਰਾਤ ਸੀ, ਕਿਹੜਾ ਸਮਾਂ ਸੀ ਜਦੋਂ ਪਾਣੀ ਹੇਠਾਂ ਨੂੰ ਆਉਣਾ ਸ਼ੁਰੂ ਕਰ ਗਿਆ। ਦੇਖੋ, ਪਾਣੀ ਨੂੰ ਜਾਂ ਕੋਈ ਵੀ ਵਜਨਦਾਰ ਚੀਜ਼ ਨੂੰ ਆਪਾਂ ਉੱਪਰ ਨੂੰ ਵਗਾਈਏ ਨਾ, ਉਹ ਤਕਰੀਬਨ ਹੇਠਾਂ ਨੂੰ ਹੀ ਆਉਂਦੀ ਆ। ਉਹਨਾਂ ਦਾ ਜਮਾਂਦਰੂ ਸੁਭਾਅ ਆ। ਇਵੇਂ ਜਿਵੇਂ ਜਿਹੋ ਜਿਹਾ ਪਾਣੀ ਦਾ ਸੁਭਾਅ ਹੇਠਾਂ ਨੂੰ ਆਉਂਦਾ ਨਾ, ਇਵੇਂ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਬੰਦੇ ਦੇ ਮਨ ਦਾ ਸੁਭਾਅ ਆ। ਇਹਨੂੰ ਜਿੰਨਾ ਮਰਜੀ ਸਾਈਡ ਤੋਂ ਬੰਨ ਮਾਰ ਕੇ ਨਾ ਉੱਪਰ ਨੂੰ ਚੜਾਉਂਦੇ ਜਾਓ, ਆਖਰ ਜਿੱਥੇ ਵੀ ਇਹਨੂੰ ਵਿਰਲ ਮਿਲਦੀ ਆ, ਇਹ ਥੱਲੇ ਨੂੰ ਆਉਂਦਾ। ਮੇਰੇ ਕਹਿਣ ਤੋਂ ਭਾਵ ਬੰਦਾ ਘਟੀਆ ਸੋਚਦਾ। ਘਟੀਆ ਸੋਚਣ ਤੋਂ ਭਾਵ ਕੀ ਆ? ਹੇਠਲੇ ਪਾਸੇ ਆਉਣਾ। ਹੁਣ ਗੁਰੂ ਸਾਹਿਬ ਜੀ ਕਹਿੰਦੇ, ਦੇਖ ਬੇਟਾ, ਮੈਂ ਤੈਨੂੰ ਨਾ ਘਟੀਆ ਸੋਚ ਦਾ ਮਾਲਕ ਨਹੀਂ ਸੀ ਬਣਾਇਆ। ਇਸ ਧਰਤੀ ਮੈਂ ਤੇਰੀ ਸਿਕਦਾਰੀ,
ਕੀੜੀ ਤੋਂ ਲੈ ਕੇ ਹਾਥੀ ਤੱਕ ਦਿਖਦੇ ਅਣਦਿਖਦੇ ਜੀਵ ਬੜੇ ਨੇ। ਸਾਰਿਆਂ ਦਾ ਮੈਂ ਤੈਨੂੰ ਸਰਦਾਰ ਬਣਾਤਾ ਵੀ ਤੂੰ ਸਾਰਿਆਂ ਦਾ ਮੋਢੀ ਆ। ਭਾਵੇਂ ਬੜੇ ਸੋਹਣੇ ਸੋਹਣੇ ਜੀਵ ਨੇ, ਸਿਆਣੇ ਜੀਵ ਨੇ ਇਸ ਧਰਤੀ ਤੇ, ਜੰਗਲ ਦੇ ਵਿੱਚ ਬੜੇ ਤਕੜੇ ਜੀਵ ਨੇਗੇ, ਪਰ ਸਾਰਿਆਂ ਨੂੰ ਸਰਦਾਰ ਤੂੰ ਆ। ਪਰ ਗੁਰੂ ਸਾਹਿਬ ਨੂੰ ਕਦੇ ਕਹਿਣਾ ਪੈ ਗਿਆ, ਇਹ ਗੱਲ ਕਹਿਣ ਤੋਂ ਬਾਅਦ ਸਾਰਿਆਂ ਨਾਲੋਂ ਨਲਾਇਕ, ਮਹਾਨਲਾਇਕ ਵੀ ਤੂੰ ਹੀ ਆ। ਜਿੱਦਾਂ ਦੀ ਦੁਨੀਆ ਬਣੀ ਆ, ਬੰਦੇ ਨੇ ਵਿਕਾਸ ਕੀਤਾ। ਚਲੋ ਆਪਾਂ ਸਾਰਾ ਜਾਣਦੇ ਆ ਕਿਵੇਂ ਹੌਲੀ 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 ਬਦਲਦਾ ਬੰਦਾ ਅੱਜ ਤੱਕ ਪਹੁੰਚਿਆਗਾ। ਪਿਛਲੇ 2 ਸਾਲ 4 ਸਾਲ 20 ਸਾਲ 50 ਸਾਲ ਨਿਗਾਹ ਮਾਰਾਂਗੇ, ਉਦੋਂ ਬੰਦੇ ਦੇ ਕੰਮ, ਬੰਦੇ ਦਾ ਸੁਭਾਅ, ਬੰਦੇ ਦਾ ਚਾਲ ਚੱਲਣ ਹੋਰ ਸੀ, ਅੱਜ ਹੋਰ ਤਰ੍ਹਾਂ ਬਣ ਗਿਆ। ਆਉਣ ਵਾਲੇ 10-20 ਸਾਲਾਂ ਤੱਕ ਹੋਰ ਤਰ੍ਹਾਂ ਸਿਸਟਮ ਬਣ ਜਾਊਗਾ। ਦਿਨੋਂ ਦਿਨ ਬੰਦਾ ਬਦਲਦਾ ਜਾਂਦਾ, ਪਰ ਬਦਲਦਾ ਕਿਸ ਪੱਖ ਤੇ ਆ? ਸਰੀਰਕ ਪੱਖ ਤੇ। ਪਰ ਸੋਚ ਆ ਜਿਹੜੀ ਬੰਦੇ ਦੀ, ਉਹ ਉਵੇਂ ਨਕੰਮੀ ਦੀ ਨਕੰਮੀ ਆ, ਭਾਵੇਂ 1000 ਸਾਲ ਪਿੱਛੇ ਜਾ ਕੇ ਵੇਖ ਲਓ। ਮੰਨ ਲਓ ਜਦੋਂ ਇੱਕ ਮੈਂ ਛੋਟੀ ਜਿਹੀ ਉਦਾਹਰਨ ਦਿੰਦਾ ਵਿੱਚ ਦੀ, ਬੰਦੇ ਦੀ ਸੋਚ ਤੇ ਵੀ ਜਿਸ ਟਾਈਮ ਨਾ ਕਬੀਲਿਆਂ ਦੇ ਰੂਪ 'ਚ ਮਨੁੱਖ ਰਹਿੰਦਾ ਸੀਗਾ, ਜਦੋਂ ਵੱਧ ਤੋਂ ਵੱਧ ਬੰਦੇ ਨਾਲ ਲਿਜਾਣੇ, ਕਿਸੇ ਦੀ ਲੜਕੀ ਨੂੰ ਵਿਆਹ ਕੇ ਲਿਆਉਣਾ, ਉਦੋਂ ਕਾਰਨ ਕੀ ਸੀਗਾ? ਵੀ ਲੜਾਈਆਂ ਹੋ ਜਾਂਦੀਆਂ ਸਨ। ਉਹ ਇਸ ਤਰ੍ਹਾਂ ਨਾ ਧੱਕੇ ਨਾਲ ਲੜਕੀਆਂ ਨੂੰ ਚੁੱਕ ਕੇ ਲੈ ਜਾਣਾ, ਧੱਕੇ ਨਾਲ ਜ਼ਬਰਦਸਤੀ ਆਪਣੇ ਘਰ ਦੇ ਵਿੱਚ ਰੱਖਣਾ, ਇਦਾਂ ਦਾ ਸੁਭਾਅ ਸੀ। ਵਿੱਚ ਸਿਆਣੇ ਬੰਦਿਆਂ ਨੇ ਪੈ ਕੇ ਸਮਝੌਤਾ ਕਰਾਇਆ ਵੀ ਨਹੀਂ ਯਾਰ, ਇਦਾਂ ਦਾ ਸੁਭਾਅ, ਆਪਣਾ ਸੁਭਾਅ ਨਹੀਂ ਚੱਲਣਾਗਾ, ਤੁਸੀਂ ਆਪਣੇ ਸੁਭਾਅ ਨੂੰ ਬਦਲੋ। ਚੇਤਾ ਰੱਖਿਓ, ਬੰਦੇ ਨੇ ਇੱਕ ਥਾਂ ਤੇ ਬੈਠ ਕੇ ਰਾਇਤਾ ਕਰ ਲਈ, ਰਾਇਤਾ ਕਰ ਲੈਣਾ ਵੀ ਚਲੋ ਠੀਕ ਹੈ, ਵੀ ਆਪਾਂ ਭਰਪੇ ਤੌਰ ਤੇ ਰਾਇ ਕਰਕੇ, ਸਲਾਹ ਕਰਕੇ, ਫਿਰ ਕੀ ਹੈ, ਵਿਆਹ ਦੀ ਰਸਮ ਜਿਹੜੀ ਸ਼ੁਰੂ ਹੋ ਗਈ ਨਾ। ਹੁਣ ਮੰਨ ਲਓ ਵਿਆਹ ਦੀ ਰਸਮ ਤਾਂ ਸ਼ੁਰੂ ਹੋ ਗਈ, ਉਹ ਲੜਾਈ ਤਾਂ ਖਤਮ ਕਰ ਲਈ, ਪਰ ਚੇਤਾ ਰੱਖਿਓ ਸਰੀਰਕ ਤਲ ਤੇ ਉਸ ਵਕਤ ਦੀ ਜਿਹੜੀ ਲੜਾਈ ਸੀ, ਬਹਿਸ ਸੀ, ਉਹ ਇੱਕ ਵਾਰੀ ਤਾਂ ਖਤਮ ਹੋ ਗਈ, ਪਰ ਉਹ 1000 ਸਾਲ 2000 ਸਾਲ ਦੀ ਚੱਲਦੀ ਹੋਈ ਲੜਾਈ ਅੱਜ ਵੀ ਚੱਲੀ ਜਾਂਦੀ ਆ। ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਉਹ ਚੱਲੀ ਜਾਂਦੀ ਆ। ਬੰਦੇ ਦਾ ਸੁਭਾਅ ਉਵੇਂ ਦਾ ਉਵੇਂ ਹੀ ਹੈਗਾ, ਇਹਨੇ ਆਪਣੀ ਸੋਚ ਨੂੰ ਬਦਲਿਆ ਨਹੀਂ ਹੈ, ਚੇਤਾ ਰੱਖਿਓ। ਪਰ ਗੁਰੂ ਸਾਹਿਬ ਜੀ ਕਹਿੰਦੇ ਨਾ ਪੁੱਤ, ਮੈਨੂੰ ਕਿਤੇ ਨਾ ਕਿਤੇ ਕਹਿਣਾ ਪੈ ਜਾਂਦਾ। ਕੀ ਕਹਿਣਾ ਪੈ ਜਾਂਦਾ ਕਿ ਵੀ ਦੇਖ, ਤੇਰੇ ਨਾਲੋਂ ਤਾਂ ਫਿਰ ਉਹ ਜੀਵ ਵੀ ਚੰਗੇ ਨੇ। ਕਿਹੜੇ ਜੀਵ? ਤੂੰ ਆਪਣੇ ਆਪ ਨੂੰ ਬਦਲਿਆ ਨਹੀਂ, ਆਪਣੀ ਸੋਚ ਨੂੰ ਬਦਲਿਆ ਨਹੀਂ, ਆਪਣੇ ਸੁਭਾਅ ਨੂੰ ਬਦਲਿਆ ਨਹੀਂ। ਤੈਨੂੰ ਮੈਂ ਪਾਰਖੂ ਬਣਾਇਆ ਸੀ, ਪਾਰਖੂ ਬਣਨ ਦੇ ਬਾਵਜੂਦ ਵੀ ਤੂੰ ਪਾਰਖੂ ਨਹੀਂ ਬਣਿਆਗਾ। ਥੋੜੀ ਜਿਹੀ ਇੱਕ ਵਿੱਚੋਂ ਦੀ ਦ੍ਰਿਸ਼ਟਾਂਤ ਲੈ ਲਓ। ਮੰਨ ਲਓ ਵੀ ਮੀਂਹ ਦੀ ਸੰਭਾਵਨਾ ਆਉਣ ਦੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਘਰਾਂ ਦੇ ਵਿੱਚ ਸਭ ਤੋਂ ਨਿੱਕਾ ਜੀਵ ਕੀੜੀਆਂ ਨੇ। ਚਲੋ ਹੋਰ ਵੀ ਬਹੁਤ ਨੇ ਕਿ ਕੀੜੀਆਂ ਨੇ ਨਾ, ਉਹਨਾਂ ਕੀੜੀਆਂ ਨੂੰ ਆਪਾਂ ਵੇਖਦੇ ਆਂਗੇ ਵੀ ਉਹ ਆਪਣੇ ਆਂਡਿਆਂ ਨੂੰ ਚੁੱਕ ਕੇ ਉੱਚੇ ਥਾਂ ਤੇ ਲਿਜਾਣਾ ਸ਼ੁਰੂ ਕਰ ਦਿੰਦੀਆਂ ਨੇ। ਇੱਥੋਂ ਸਿੱਧ ਕੀ ਹੋ ਗਿਆ ਵੀ ਬੰਦਿਆ ਤੇਰੇ ਨਾਲ ਤਾਂ ਕੀੜੀ ਵੀ ਸਿਆਣੀ ਆ। ਜਿਹੜੀ ਨੂੰ ਭਾਵ ਜੱਜਮੈਂਟ ਹੋ ਗਈ ਵੀ ਵਰਖਾ ਆਊਗੀ, ਜੇ ਵਰਖਾ ਆ ਗਈ, ਮੇਰੇ ਇਸ ਘਰ ਦੇ ਵਿੱਚ, ਮੇਰੇ ਘੋਰਨੇ ਵਿੱਚ ਪਾਣੀ ਪੈ ਗਿਆ, ਮੇਰੇ ਬੱਚੇ, ਮੇਰੇ ਆਂਡੇ, ਮੇਰਾ ਪਰਿਵਾਰ ਸਾਰਾ ਖਤਮ ਹੋ ਜਾਊਗਾ। ਉਹਨਾਂ ਨੇ ਰਾਇ ਕੀਤੀ, ਨਾਲ ਦੀ ਨਾਲ ਆਪਣੇ ਆਂਡੇ ਚੱਕ ਕੇ ਉੱਪਰ ਲਿਜਾਣੇ ਸ਼ੁਰੂ ਕਰ ਦਿੱਤੇ। ਅੱਛਾ, ਉਹ ਮੌਸਮ ਟਲ ਗਿਆ, ਲੰਘ ਗਿਆ, ਨਾਲ ਦੀ ਨਾਲ ਉੱਪਰੋਂ ਆਂਡੇ ਫਿਰ ਆਪਣੇ ਉਸੇ ਘੋਰਨੇ ਵਿੱਚ ਲੈ ਜਾਂਦੇ। ਸਿੱਧ ਕੀ ਹੋ ਗਿਆ ਵੀ ਤੇਰੇ ਨਾਲ ਤਾਂ ਕੀੜੀ ਵੀ ਸਿਆਣੀ ਆ। ਹੋਰ ਲਾ ਲਓ ਸੱਪ। ਪਹਿਲਾਂ ਆਪਾਂ ਨੂੰ ਪਤਾ ਭੁਚਾਲ ਆਉਣਾ ਹੋਵੇ, ਕੁੱਤਾ, ਘੋੜੇ, ਮੋਰ, ਗਾਵਾਂ ਆਦਿਕ ਇੰਨੇ ਜੀਵ ਨੇ ਜਿਨ੍ਹਾਂ ਨੂੰ ਪਹਿਲਾਂ ਭੁਚਾਲ ਆਉਣ ਤੇ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਦੁਰਘਟਨਾ ਵਾਪਰਨ ਤੇ ਪਹਿਲਾਂ ਪਤਾ ਲੱਗ ਜਾਂਦਾ। ਉਹ ਸਿਆਣੀ ਦੀ ਕਹਾਵਤ ਆ, ਕਹਿੰਦੇ ਬੋਲਣ ਲੱਗ ਜਾਂਦੇ, ਹਿੰਗਣ ਲੱਗ ਜਾਂਦੇ ਨੇਗੇ। ਤੇ ਬੰਦਾ ਨਹੀਂ ਸੋਚਦਾਗਾ। ਬੰਦੇ ਨੂੰ ਪਤਾ ਵੀ ਕੱਲ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਹਾਸ਼ਰ ਮੇਰਾ ਕੀ ਹੋਣਾਗਾ, ਨਸ਼ਾ ਕਰਦਾ ਮੇਰੀ ਆਊਟਪੁੱਟ ਕੀ ਆ, ਮੈਂ ਬਿਲਕੁਲ ਨਾ ਸਮਝੀ ਦੇ ਵਿੱਚ ਆਪਣਾ ਕਦਮ ਦਰ ਕਦਮ ਚੱਲਦਾ ਤੇ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੋਣਾ। ਪਰ ਬੰਦਾ ਇਸ ਗੱਲ ਨੂੰ ਸੋਚਦਾ ਨਹੀਂ ਹੈ। ਪਤਾ ਸਭ ਨੂੰ ਵੀ ਵਾਹਿਗੁਰੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਜ਼ਿੰਦਗੀ ਭੁਚਾਲ ਦੀ ਲਪੇਟ 'ਚ ਆ ਜਾਵੇਗੀ। ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ। ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੇ। ਪਤਾ ਵੀ ਬੰਦਿਆ ਜੇ ਤੂੰ ਮਾੜੇ ਕੰਮ ਕਰਦਾ ਇਹਨਾਂ ਦਾ ਲੇਖਾ ਦੇਣਾ ਪਊ। ਪਰ ਬੰਦੇ ਨੇ ਉਹ ਮਾੜੇ ਕੰਮ ਛੱਡੇ ਨਹੀਂ ਹਨ। ਕੀੜੀਆਂ ਛੱਡ ਗਈਆਂ। ਕੀੜੀਆਂ ਨੂੰ ਪਤਾ ਲੱਗ ਗਿਆ, ਉਹਨਾਂ ਤੋਂ ਸਿੱਖਿਆ ਲੈਣੀ ਆ।
होर भाव जिन्हां जीवां दा आपां नाम लेता उन्हां नूं पता लग गया भी कल नूं अज 2 घंटे 4 घंटे बाद आ कुछ होना। उन्हां ने अपनी थां बदलती, पर बंदे ने अपनी थां अपना सुभाव नहीं बदलिया गा। चलो अगली गल, इत्थे कल्ले बंदे दा दोष भी नहीं है, दोष नाल ये भी आपां कहांगे भी साडे आगू लोकां दा भी है। आगू लोकां ने बहुत ज़्यादा साडा नुकसान आ जिहड़ा वो कीता गा। चलो वाहिगुरू भली करे, उहदे बारे आपां नूं सारा पता गा। हुण सतगुरु पातशाह जी कहंदे बंदे दी जिंदगी दी भाव कहानी की बन गई। कहानी ये बन गई बंदा रसां दे विच उलझ गया। जो इत्थे लिखिया सी, कहंदे करे रस भोग जियो, आया सी अपने आप नूं ते होरां नूं सोहना बनाउण दे लई, पर बंदा रसां कसां दे विच अपने आप नूं फसा के बैठ गया। तेरे नालों तां फिर गुरु साहब जी कहंदे किन्ने जीव चंगे ने, भाव जिहड़े के रसां दे विच नहीं उलझदे गे। दूजी उदाहरण ला लो, अज बंदे दा खाना की आ आपां नूं सारिआं नूं पता ना। 10 साल पहलां किहो जिहा खाना सी, 5 साल पहलां किहो जिहा सी, इउं कह लो भी वधिया खाना सी। सियाणिਆਂ दे बोल सन, थोड़ा खाओ चंगा खाओ। थोड़ा खा लो पर वो खाओ जिस खाण दे नाल कोई रोग ना लगे। बाबा होर खाना खुशी खुआर जित खादा तन पीड़िए, मन में चलै विकार। पातशाह लिख दिता ना बाणी च, खाओ खाण तो नहीं गुरु साहब रोक देगे, पर खाना की सी। पर सच्चाई ये आ, अज दा बंदा कहंदा भावें बहुत पढ़ लिख गया, ना तां इहनूं कपड़े पाउण दा चज्ज आ विचारे नूं, ते ना ही इहनूं खाण दा चज्ज हैगा। तुसीं निगाह मार के वेख लो। अच्छा 20-50 साल पहला मੱਝਾਂ नीरा चारा खांदियां सी, उही अज खांदियां ने। मੱਝਾਂ दे पट्ठियां दा रंग नहीं बदलिया, हरा ही उदों खांदियां सी, हरा ही अज खांदियां ने। भाव सुक्की घाह फूस उदों खांदियां, सुक्का घाह फूस तूड़ी के रूप च अज वो खा रही ने। ये थोड़ी है भी अज मੱਝਾਂ कुछ होर भालदियां ने ना। ठीक आ भी जे असीं कुछ तब्दील कीता गा तां असीं कीता गा। मन लो मੱਝ ने नहीं सानूं कहा गा, असीं ओदी चर्बी खोरन दे लई उहनूं तेज तो तेज खुराक पाती। ਉਹਦਾ कारण की सी, तेज तो तेज खुराक पा के ਇਹਦੇ हड्डां नूं खोरो, दुध वध लो। अपना सुभाव ना मੱਝ ਦਾ सेम सुभाव आ, वो कहती जिन्ना मेरी ताकत आ ना मैं उन्ने दुध देना गा। पर वो साडे कोले नुकते ने भी आ पाओ इहो जी, आ पाओ इहो जी। बंदा कहंदा नशा कर लो, इहो जी नशा कर लो जी। मन लो भी बंदे ने पशु नूं धरती नूं भी नशिਆਂ ते लाता। हुण कहण तो भाव की आ भी पशु अपना उही सेम खाना खांदे ने। मन लो कुत्ता अज तो 1000 साल पहला भी मांस खांदा सी, जां उहदी जो खुराक है वो अज भी खा रहा गा, उही सेम खुराक खांदा गा। ये नहीं है भी कुत्ता अज भाई सुक्की तूड़ी खाण लग गया, मੱਝ मांस खाण लग गई ना। उन्होंने अपना सुभाव नहीं बदलिया। बंदा रोज़ नवे तो नवा सुभाव बदलदा। माफ़ करना यूँ कह लो बंदे नूं तो कुछ पता ही नहीं लगता भी तूड़ी खानी आ कि नीरा चारा खाना, की खाना कोई पता नहीं लगता बेचारे नूं। सिद्ध की हुंदा भी बंदे नूं जिहनूं एडी वड्डी बख्शिश कीती, पातशाह कहंदे इह रसां कसां च उलझ के रह गया। करे रस भोग जियो, भोग तो भाव खाना पीना बस मौज मस्तियां विच रहना। अगे पातशाह जी कहंदे ने जिसनों करता बिसरै तिसे विछोड़ा सोग जियो। कहंदे ये उन्हां दी जिंदगी च सोग आया। किन्ना दी जिंदगी च जिन्हें करता पुरख वसार दिता। करता पुरख कौन सीगा? वाहिगुरू परमात्मा दी बाणी। बाणी साडी जिंदगी च करता पुरख। ये आपां नूं पता ना भी बाणी बंदे नूं नवां जीवन दिंदी आ। नवां जीवन तो भाव बाणी बंदे नूं जन्म दिंदी है, बंदे नूं बदलदी आ। जिवें आपां सारी कह दिंदे ने दशमेश पिता ने आनंदपुर साहिब की धरती ते 1699 नूं की कीता? सानू खालसे नूं जन्म दवाया, खंडे की पहल दित्ती आ, एक नवां रूप दिता। सचमुच कोई झूठ नहीं है, उहदे विच नवां रूप दिता। कुल नास, साडी कुल की है वो नास कर दित्ती। साडा जीवन किहो जिहा वो तब्दील कर दिता। जो साडी रहनी सी वो तब्दील कर दी, जो साडा खाना पीना से तब्दील करता। इवें जिमें अज बाणी साडे जीवन नूं तब्दील करदी है। बाणी सानू नवां जीवन दिंदी है, नवीं सेध दिंदी है, पर जे कोई लैनी चाहे तां। ठीक है ना। इस करके गुरदेव पातशाह जी कहते जिन्हें फिर ये करता पुरख विसार दिता, परमात्मा विसार दिता, उन्हां दी जिंदगी चो भाई कदे सोग नहीं मुकदा। सोग तो भाव कि वो हर वक्त हर टाइम उदास रहते हैं।
ਤੇ ਇਸ ਧਰਤੀ ਤੇ ਤੁਸੀਂ ਬੜੇ ਲੋਕ ਦੇਖੇ ਹੋਣਗੇ ਜਿਹੜੇ ਵੇਖਣ ਨੂੰ ਬਹੁਤ ਵਧੀਆ ਵੱਡੇ ਵੱਡੇ ਲੋਕ ਨੇ, ਅਮੀਰ ਲੋਕ ਨੇ, ਪੈਸੇ ਦੀ ਜਾਇਦਾਦਾਂ ਦੀ ਕੋਈ ਕਮੀ ਨਹੀਂ, ਪਰ ਉਦਾਸ ਨੇ, ਨਾਰਾਜ਼ ਨੇ ਅੰਦਰੋਂ। ਪਾਤਸ਼ਾਹ ਜੀ ਕਹਿੰਦੇ ਕਿਉਂ? ਕਿਉਂਕਿ ਉਹਨਾਂ ਨੇ ਕਰਤਾ ਪੁਰਖ ਵਿਸਾਰ ਦਿੱਤਾ। ਇੱਕ ਉਹ ਆ ਜੋ ਭਾ ਮਿਹਨਤ ਮਜ਼ਦੂਰੀ ਕਰਦਾ ਤੇ ਪਰ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਚੇਤੇ ਰੱਖਦਾ ਨਾ, ਉਹ ਉਦਾਸ ਨਹੀਂ ਹੁੰਦਾ, ਉਹ ਤਾਂ ਸਦਾ ਆਨੰਦ ਰਹਿ ਹੈ ਗੁਣਵੰਤੀ। ਉਹ ਤਾਂ ਸਦਾ ਹੀ ਭਾਈ ਆਨੰਦ ਦੇ ਵਿੱਚ ਰਹਿੰਦਾ। ਕਿਉਂ? ਕਿਉਂਕਿ ਗੁਣਵੰਤੀ ਉਹਨੇ ਗੁਣਵਾਦ ਜੀਵਨ ਵਿੱਚ ਪੈਦਾ ਕੀਤੇ ਨੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਆਪ ਨੜੈ ਪ੍ਰਭ ਭਾਣਿਆ ਦਰਗਹਿ ਪੈਂਦਾ ਜਾਇ ਜਿਉ। ਜਿਹੜਾ ਮਨੁੱਖ ਉਹ ਮਾਲਕ ਦੇ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੋਇਆ ਆਪ ਨੜੈ, ਉਹ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੋਇਆ ਆਪਣੇ ਆਪ ਨੂੰ ਉਹਦੀ ਰਜ਼ਾ ਵਿੱਚ ਰੱਖਦਾ ਹੈ, ਦਰਗਹਿ ਪੈਂਦਾ ਜਾਇ ਜਿਉ, ਉਹ ਅਸਲੀ ਦਰਗਾਹ ਦੇ ਵਿੱਚ ਪਹੁੰਚ ਜਾਂਦਾ ਹੈ। ਅਸਲੀ ਦਰਗਾਹ ਸੰਸਾਰ ਹੀ ਹੈ, ਇਹਦੇ ਵਿੱਚੋਂ ਆਪਣਾ ਨਾਮ ਰੱਖ ਜਾਂਦਾ ਹੈ ਭਾਈ, ਅਸਲੀ ਦਰਗਾਹ ਦੇ ਵਿੱਚ। ਠੀਕ ਹੈ ਨਾ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਭਾਈ ਤੂੰ ਹੁਕਮ ਦੇ ਵਿੱਚ ਆਇਆ, ਹੁਕਮ ਦੇ ਵਿੱਚ ਜਾਣਾਗਾ, ਹੁਕਮ ਦੇ ਵਿੱਚ ਰਹਿੰਦਾ ਹੋਇਆ ਆਪਣੀ ਜ਼ਿੰਦਗੀ ਜਿਉਂ, ਪਰਮਾਤਮਾ ਦੀ ਰਜ਼ਾ ਵਿੱਚ ਚੱਲ। ਪਰਮਾਤਮਾ ਦੀ ਰਜ਼ਾ, ਪਰਮਾਤਮਾ ਦੇ ਭਾਣੇ ਵਿੱਚ ਰਹਿੰਦਿਆਂ ਹੋਇਆਂ ਹੀ ਤੂੰ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦਾ ਹੈ। ਆਪਣੇ ਜੀਵਨ ਨੂੰ ਥੋੜਾ ਜਿਹਾ ਗੁਰਮਤ ਦਾ ਸੀਸਾ ਲਾ ਕੇ ਵੇਖ, ਕਿੱਥੇ ਕਿ ਤੂੰ ਰੁਕਿਆ ਹੋਇਆਗਾ। ਜੇ ਬਹੁਤ ਪਿੱਛੇ ਰਹਿ ਗਿਆ ਨਾ ਤਾਂ ਅੱਗੇ ਵਧਣ ਦੀ ਕੋਸ਼ਿਸ਼ ਕਰ। ਗਿਆਨ ਅੰਜਨ ਗੁਰਦੀਆ, ਮੰਨ ਲਓ ਵੀ ਗੁਰੂ ਨੇ ਗਿਆਨ ਦਾ ਸੁਰਮਾ ਸਾਨੂੰ ਦੇ ਦਿੱਤਾ ਹੈ। ਅੱਗੇ ਪਾਸੇ ਜ਼ਿਕਰ ਕਰਦੇ ਨੇ ਇੱਥੇ ਸੁਖ ਮੁਖ ਉਜਲਾ, ਜਿਨ੍ਹਾਂ ਨੇ ਆਪਣੀ ਆਦਤ ਬਦਲ ਲਈ, ਜਿਨ੍ਹਾਂ ਨੇ ਆ 5 ਉਂਗਲਾਂ ਤੋਂ ਸਿੱਖਿਆ ਲੈ ਲਈ ਵੀ ਨਿੱਕੀ ਕਿਉਂ ਆ, ਅੰਗੂਠੇ ਦਾ ਆਕਾਰ ਇਉਂ ਕਿਉਂ ਆ, 2 ਛੋਟੀਆਂ ਸਾਈਡ ਤੇ ਹੋਰ ਲੱਗੀਆਂ ਉਹਨਾਂ ਦਾ ਆਕਾਰ ਇਦਾਂ ਕਿਉਂ ਆ, 5 ਤੱਤਾਂ ਤੋਂ ਜਿਹਨੇ ਸਿੱਖਿਆ ਲੈ ਲਈ। ਭਾਵ ਕੀ ਆ? ਫਿਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜੀਵਨ ਸੁਰਖਰੂ ਹੋ ਜਾਂਦਾ। ਜਿਨ੍ਹਾਂ ਨੇ ਆਪਣਾ ਖਾਣਾ ਪੀਣਾ ਰਹਿਣਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਨੁਸਾਰ ਕਰ ਲਿਆ, ਫਿਰ ਉਹਨਾਂ ਦੀ ਜ਼ਿੰਦਗੀ ਸੁਖੀ ਹੋ ਜਾਂਦੀ ਆ। ਜ਼ਿਕਰ ਕੀ ਕੀਤਾ ਪਾਤਸ਼ਾਹ ਨੇ? ਕਹਿੰਦੇ ਇੱਥੇ ਸੁੱਖ ਆ ਸਰੀਰ ਰੂਪੀ ਘਰ ਦੇ ਵਿੱਚ ਰਹਿੰਦੇ ਆ ਬੰਦਾ ਸੁਖੀ ਰਹਿੰਦਾ ਹੈਗਾ। ਨੰਬਰ 1 ਤੇ ਉਹਨੂੰ ਦੁੱਖ ਨਹੀਂ ਮਿਲਦਾ। ਨੰਬਰ 2 ਤੇ ਮੁਖ ਉਜਲਾ, ਉਹਨਾਂ ਦਾ ਮੁਖ ਆ ਜਿਹੜਾ ਉਹ ਉਜਲਾ ਰਹਿੰਦਾ, ਪਵਿੱਤਰ ਹੋ ਜਾਂਦਾ ਭਾਈ। ਹੁਣ ਇਹ ਗੱਲ ਕਿਵੇਂ ਕਹੀ ਹੈ, ਗੁਰੂ ਸਾਹਿਬ ਨੇ ਕਿਉਂ ਕਹੀ ਆ, ਇਹਦੇ ਤੇ ਆਪਾਂ ਥੋੜਾ ਜਿਹਾ ਗੁਰੂ ਤੋਂ ਪੁੱਛੀਏ ਵੀ ਬਾਦਸ਼ਾਹ ਜੀ ਉਹ ਗੱਲ ਤੂੰ ਕਿਉਂ ਕਹੀ ਆ। ਇੱਥੇ ਸੁੱਖ ਭਾਵ ਜਿਸ ਬੰਦੇ ਨੇ ਗੁਰੂ ਦੇ ਆਸੇ ਅਨੁਸਾਰ ਰਹਿਣਾ, ਖਾਣਾ ਪੀਣਾ, ਤੁਰਨਾ, ਜ਼ਿੰਦਗੀ ਦੇ ਸਾਰੇ ਕੰਮ ਧੰਦੇ ਗੁਰੂ ਨੂੰ ਪੁੱਛ ਕੇ ਕਰਨੇ ਸ਼ੁਰੂ ਕਰਦੇ ਨਾ, ਪਹਿਲੀ ਗੱਲ ਤਾਂ ਗੁਰੂ ਸਾਹਿਬ ਕਹਿੰਦੇ ਸਰੀਰ ਘਰ ਵਿੱਚ ਰਹਿੰਦੇ ਆ ਉਹ ਸੁਖੀ ਹੋ ਜਾਂਦੇ ਨੇ, ਉਹਨਾਂ ਨੂੰ ਟੈਨਸ਼ਨ ਖਤਮ। ਜਦੋਂ ਬੰਦਾ ਲੋਭ ਲਾਲਚ ਦੇ ਪਿੱਛੇ ਚੱਲਦਾ ਗਾ ਫਿਰ ਉਹਨੂੰ ਟੈਨਸ਼ਨ ਰਹਿੰਦੀ ਹੈ ਵਿਚਾਰੇ ਨੂੰ, ਕੋਈ ਧੋਖਾ ਠੱਗੀ ਚੋਰੀ ਜੋ ਵੀ ਕੀਤਾ। ਅੱਛਾ, ਜਦੋਂ ਇਹਨਾਂ ਕੰਮਾਂ ਤੋਂ ਰਹਿਤ ਹੋ ਕੇ ਗੁਰੂ ਮਤ ਮੁਤਾਬਕ ਚੱਲ ਪਿਆ, ਫਿਰ ਉਹ ਪਹਿਲੀ ਗੱਲ ਤਾਂ ਆਪਣੇ ਸਰੀਰਕ ਤਲ ਤੇ ਜ਼ਿੰਦਗੀ ਜਿਉਂਦਾ ਸੁਖੀ ਆ, ਤੇ ਦੂਜੀ ਗੱਲ ਤੇ ਮੁਖ ਉਜਲਾ। ਮੁਖ ਉਜਲੇ ਤੋਂ ਭਾਵ ਕੀ ਆ? ਮੁਖ ਉਜਲੇ ਤੋਂ ਭਾਵ ਇਹ ਹੈ ਵੀ ਉਹ ਬੰਦਾ ਜਦੋਂ ਆਪਣੇ 5 ਭੌਤਿਕ ਸਰੀਰ ਨੂੰ ਛੱਡ ਗਿਆ ਤਾਂ ਉਹਨਾਂ ਦਾ ਨਾਮ ਇਸ ਸੰਸਾਰ ਵਿੱਚ ਰਹਿ ਜਾਵੇਗਾ, ਉਹਨਾਂ ਦਾ ਨਾਮ ਹੀ ਇਸ ਧਰਤੀ ਤੇ ਪਵਿੱਤਰ ਮੁਖ ਹੈ, ਉਹਨਾਂ ਦਾ ਨਾਮ ਹੀ ਇਸ ਧਰਤੀ ਤੇ ਪਵਿੱਤਰ ਮੁਖ ਹੈ ਭਾਈ, ਜੇ ਉਹਨਾਂ ਨੇ ਕੁਝ ਚੰਗੇ ਕੰਮ ਕੀਤੇ ਨੇ ਤਾਂ। ਇੱਥੇ ਸੁੱਖ ਮੁਖ ਉਜਲਾ। ਅੱਗੇ ਪਾਸ਼ਾ ਜੀ ਕਹਿੰਦੇ ਨੇ ਇੱਕੋ ਨਾਮ ਧਿਆਏ ਜੀਓ, ਜਿਨ੍ਹਾਂ ਨੇ ਮਾਲਕ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ। ਅੱਗੇ ਜ਼ਿਕਰ ਕੀ ਕੀਤਾ? ਇੱਕੋ, ਉੱਥੇ ਦੋ ਦੀ ਗੱਲ ਨਹੀਂ, ਇੱਕ ਦੀ ਗੱਲ ਆ। ਜਿਸ ਵਾਹਿਗੁਰੂ ਪਰਮਾਤਮਾ ਨੇ ਸਰੀਰ ਨੂੰ, ਸਾਡੇ ਸਰੀਰ ਵਿੱਚ ਜਿੰਦ ਨੂੰ, ਆਤਮਾ ਨੂੰ ਜਨਮ ਦਿੱਤਾ, ਤੇ ਉਸੇ ਪਰਮਾਤਮਾ ਨੂੰ ਯਾਦ ਰੱਖਦਾ ਹੋਇਆ ਬੰਦਾ ਆਪਣੀ ਜ਼ਿੰਦਗੀ ਬਤੀਤ ਕਰ ਜਾਵੇ। ਸਫਲ ਭਈ ਸਫਲ ਯਾਤਰਾ, ਉਹਨਾਂ ਦੀ ਹੀ ਸਫਲ ਯਾਤਰਾ ਹੁੰਦੀ ਹੈ। ਠੀਕ ਹੈ ਨਾ। ਹੁਣ ਮੰਨ ਲਓ ਸਫਲ ਯਾਤਰਾ ਕਿਹਨਾਂ ਦੀ ਆ? ਛੋਟੀ ਜਿਹੀ ਉਦਾਹਰਨ ਲਾ ਲਓ ਵੀ ਆਪਾਂ ਆਰੰਭਤਾ ਦੇ ਵਿੱਚ ਇਹ ਗੱਲ ਕੀਤੀ ਸੀ, ਬੰਦੇ ਨੇ ਸਰੀਰਕ ਤਲ ਤੇ ਮਟੀਰੀਅਲ ਬਹੁਤ ਇਕੱਠਾ ਕਰ ਲਿਆ, ਪਰ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਲੇਖੇ ਵਿੱਚ ਉਨਾ ਹੀ ਆ ਜਿੰਨੀ ਸਾਨੂੰ ਲੋੜ ਆ, ਜਿੰਨੀ ਸਰੀਰ ਨੂੰ ਲੋੜ ਆ ਨਾ, ਲੇਖੇ ਵਿੱਚ ਉਨਾ ਹੀ ਆ। ਉਦਾਹਰਨ ਲੈ ਲਓ ਵੀ ਆਪਾਂ ਆਪਣੇ ਦੇਸ਼ ਨੂੰ ਛੱਡ ਕੇ ਕਿਸੇ ਵਿਦੇਸ਼ ਜਾਣਾਗਾ,
ਹੁਣ ਜਦੋਂ ਅੱਗੇ ਨਾ ਆਪਾਂ ਜਹਾਜ਼ ਚੜ੍ਹਨਾਗਾ ਤਾਂ ਉੱਥੇ ਇੱਕ ਉਦਾਹਰਨ ਸਮਝਣ ਵਾਸਤੇ ਵੀ ਕੀ ਹੈਗਾ, ਉਹਨਾਂ ਦੀ ਲਿਮਟ ਦਿੱਤੀ ਵੀ ਹੈ, ਤੂੰ ਇੰਨਾ ਸਮਾਨ ਹੀ ਨਾਲ ਲਿਜਾਵੇਂਗਾ, ਤੂੰ ਵੱਧ ਲਿਜਾਵੇਂਗਾ ਤੇਰਾ ਰੋਕਿਆ ਜਾਵੇਗਾ। ਹੁਣ ਘਰੋਂ ਮੰਨ ਲਓ ਬੰਦੇ ਨੇ ਖਾਣ ਪੀਣ ਵਾਲਾ ਇੰਨਾ ਸਮਾਨ ਇਕੱਠਾ ਕਰ ਲਿਆ, ਕਹਿੰਦਾ ਕੀ ਪਤਾ ਰਾਹ 'ਚ ਲੋੜ ਪੈ ਜੇ। ਅਗਲੇ ਨੇ ਵੇਖਿਆ ਵੀ ਇਦੋਂ ਵੱਧ ਗਿਆ, ਨਾਲ ਦੀ ਨਾਲ ਕੀ ਕੀਤਾ, ਉਹ ਤੇ ਰੋਕ ਲਾਤੀ ਵੀ ਇਹਨੂੰ ਇੱਥੇ ਛੱਡ ਜਾ, ਇਹ ਤੇਰਾ ਅੱਗੇ ਨਹੀਂ ਜਾ ਸਕਦਾ। ਹੁਣ ਮੰਨ ਲਓ ਜਿਹੜਾ ਸਮਾਨ ਮਟੀਰੀਅਲ ਉਹਨੇ ਚੁੱਕਿਆ ਸੀਗਾ, ਵੱਧ ਇਕੱਠਾ ਕੀਤਾ ਸੀ, ਨਾ ਤਾਂ ਉਹ ਅਗਲਿਆਂ ਦੇ ਲੇਖੇ ਨਾ ਉਹ ਪਿਛਲਿਆਂ ਦੇ ਲੇਖੇ, ਰਹਿ ਕਿੱਥੇ ਗਿਆ, ਉਹ ਅੱਡਿਆਂ ਤੇ ਰੋਲਦਾ ਫਿਰਦਾ ਗਾ। ਇਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਜਿੰਨਾ ਤੂੰ ਸਿਸਟਮ ਆਪਣਾ ਇਕੱਠਾ ਕਰ ਲੈਣਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਨਾ ਅਗਲਿਆਂ ਦੇ ਨਾ ਪਿਛਲਿਆਂ ਦੇ ਕਿਸੇ ਲੇਖੇ ਨਹੀਂ, ਇੱਥੇ ਹੀ ਰੁਲ ਜਾਏਗਾ। ਬਸ ਸਰੀਰ ਨੂੰ ਆਪਣੇ ਨੂੰ ਚਲਾਉਣ ਦੇ ਲਈ ਸੰਭਾਲ, ਇਹਨੂੰ ਸਰੀਰ ਨੂੰ ਭਾਵ ਲੋੜੀ ਦੀਆਂ ਵਸਤੂਆਂ, ਲੋੜੀ ਦੇ ਪਦਾਰਥ ਦੇ ਤੇ ਅੱਗੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਇਕੱਠਾ ਕਰ। ਅੱਛਾ ਅਗਲੀ ਗੱਲ, ਹੁਣ ਜਹਾਜ਼ ਚੜ੍ਹਨ ਲੱਗਿਆ ਸਮਾਨ ਆਪਾਂ ਨੂੰ ਲਿਮਟ ਵਿੱਚ ਦਿੱਤਾ ਅਗਲੇ ਨੇ ਵੀ ਇਦੋਂ ਵੱਧ ਤੂੰ ਲਿਜਾ ਨਹੀਂ ਸਕਦਾ। ਹੁਣ ਅੱਗੇ ਗਿਆਨ ਆ ਜਿਹੜਾ ਉਹ ਜਿੰਨਾ ਮਰਜ਼ੀ ਇਕੱਠਾ ਕੀਤਾ ਹੋਵੇ ਦਿਮਾਗ ਦੇ ਵਿੱਚ, ਆਪਣੇ ਦੇਸ਼ ਵਿੱਚੋਂ ਜਿੰਨਾ ਮਰਜ਼ੀ ਗਿਆਨ ਇਕੱਠਾ ਕੀਤਾ ਹੋਵੇ, ਗਿਆਨ ਰੂਪੀ ਖਜ਼ਾਨਾ ਹੋਵੇ, ਕਦੇ ਉਹ ਗਿਆਨ ਨੂੰ ਚੈੱਕ ਨਹੀਂ ਕਰਨਗੇ ਵੀ ਤੇਰਾ ਗਿਆਨ ਇੰਨਾ ਵੱਧਾ ਤੇ ਅੱਧਾ ਗਿਆਨ ਇੱਥੇ ਛੱਡ ਜਾ, ਅੱਧੀ ਨੌਲੇਜ ਇੱਥੇ ਛੱਡ ਜਾ, ਅੱਧੇ ਗੁਣ ਇੱਥੇ ਛੱਡ ਜਾ। ਨਹੀਂ, ਭਾਵ ਉਹਨਾਂ ਨੇ ਗਿਆਨ ਨੂੰ ਚੈੱਕ ਨਹੀਂ ਕੀਤਾ। ਹੁਣ ਗਿਆਨ ਆ, ਗਿਆਨ ਰੂਪੀ ਗੁਣ ਨੇ ਨਾ, ਜਿੰਨਾ ਮਰਜ਼ੀ ਅੱਗੇ ਇਕੱਠਾ ਕਰਕੇ ਲੈ ਜਾ, ਇਹ ਲੰਘ ਜੂਗਾ। ਇਵੇਂ ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਵਾਹਿਗੁਰੂ ਨਾਮ ਜਹਾਜ਼ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਜਹਾਜ਼ ਹੈ, ਉਹਦੇ ਵਿੱਚ ਨਾ ਇਹ ਦੁਨੀਆ ਦਾ ਤੇਰਾ ਜਿਹੜਾ ਸਿਸਟਮ ਆਗਾ ਮਟੀਰੀਅਲ ਆ, ਇਹ ਕਦੇ ਸਾਥ ਨਹੀਂ ਦੇਵੇਗਾ, ਇਹ ਸਭ ਇੱਥੇ ਰਹਿ ਜਾਵੇਗਾ। ਤਾਈਓ ਮੇਰੇ ਮਾਲਕ ਨੇ ਕਹਿ ਦਿੱਤਾ ਇੱਥੇ ਭਾਈ ਸੰਸਾਰ ਦੇ ਵਿੱਚ ਛੋਟਿਆਂ ਨਾਲ ਵੱਡੇ ਮਿਲ ਕੇ, ਵੱਡਿਆਂ ਨਾਲ ਛੋਟੇ ਮਿਲ ਕੇ ਸੰਸਾਰ ਦੀ ਉਹ ਮਾਲਕ ਨੇ ਰਚਨਾ ਕੀਤੀ ਆ। ਰਚਨਾ ਦੇ ਵਿੱਚ ਰਹਿੰਦਾ ਹੋਇਆ ਉਹ ਪਰਮਾਤਮਾ ਨੂੰ ਮਹਿਸੂਸ ਕਰਦਾ ਹੋਇਆ ਉਹਦੇ ਹੁਕਮ ਦੇ ਵਿੱਚ ਚੱਲਣ ਦਾ ਆਪਣੇ ਵੱਲੋਂ ਪ੍ਰਣ ਕਰ ਵੀ ਮੈਨੂੰ ਹੁਕਮ ਦੇ ਵਿੱਚ ਰੱਖ, ਮੈਂ ਤੇਰੇ ਹੁਕਮ ਦੇ ਵਿੱਚੋਂ ਕਦੇ ਨਾ ਟੁੱਟਾਂ, ਕਦੇ ਨਾ ਤੇਰੇ ਹੁਕਮ ਦੇ ਵਿੱਚੋਂ ਪਾਸੇ ਨਿਕਲਾਂ। ਫਿਰ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ, ਕਹਿੰਦੇ ਆਦਰ ਦਿੱਤਾ ਪਾਰ ਬ੍ਰਹਮ, ਜੀ ਨੇ ਗੁਰੂ ਦੀ ਗੱਲ ਸੁਣ ਕੇ ਮੰਨ ਲਈ ਨਾ, ਆਦਰ ਉਹਨੂੰ ਮਿਲਿਆ। ਦੂਜੀ ਗੱਲ, ਜਿਹਨੇ ਸਮੇਂ ਦੀ ਕਦਰ ਕੀਤੀ, ਆਦਰ ਉਹਨਾਂ ਨੂੰ ਮਿਲਿਆ। ਉਦਾਹਰਨ ਮੰਨ ਲਓ ਵੀ ਕੋਈ ਬੁਲਾਰਾ ਇੱਥੇ ਬੋਲਣ ਆਵੇ ਤੇ ਸੰਗਤ ਵੱਲੋਂ ਪ੍ਰਬੰਧਕਾਂ ਵੱਲੋਂ ਸਮਾਂ ਦਿੱਤਾ ਹੈ ਵੀ ਤੈਨੂੰ ਭਾਈ 15 ਮਿੰਟ ਨੇ, ਅਗਲੇ ਨੇ 1 ਮਿੰਟ ਪਹਿਲਾਂ ਬੋਲਣਾ ਬੰਦ ਕਰ ਦਿੱਤਾ, 1 ਮਿੰਟ ਪਹਿਲਾਂ ਸਮਾਪਤੀ ਕਰਤੀ, 2 ਮਿੰਟ ਪਹਿਲਾਂ ਸਮਾਪਤੀ ਕਰਤੀ, ਫਿਰ ਆਪਾਂ ਹੀ ਕਹਾਂਗੇ ਸ਼ਾਬਾਸ਼ ਏ ਭਾਈ। ਪ੍ਰਬੰਧਕ ਵੀ ਕਹਿੰਦੇ ਸ਼ਾਬਾਸ਼ ਹੈ ਨਾ, ਆਦਰ ਮਿਲਿਆ। ਚਲੋ ਜੋ ਉਹਨੂੰ ਲੋੜੀ ਦਾ ਸਮਾਨ ਦੇਣਾ, ਉਹਨੇ ਉਹਦੇ ਵਿੱਚੋਂ ਵੀ ਰਿਆਤ ਕਰਤੀ, ਕੋਈ ਗੱਲ ਨਹੀਂ ਮੈਨੂੰ ਇੰਨਾ ਕੁ ਚਾਹੀਦਾ ਬਹੁਤ ਆ। ਹੁਣ ਸਮਾਂ ਵੀ ਖਾ ਗਿਆ, ਲੋੜੀ ਦੇ ਸਮਾਨ ਤੋਂ ਵੱਧ ਲਾਲਚ ਮੂੰਹ ਵੀ ਟੱਡ ਲਿਆ, ਫਿਰ ਕੀ ਆ, ਉਹ ਆਦਰ ਨਹੀਂ ਖਟਦਾ, ਅੱਗੇ ਤੋਂ ਉਹ ਨਫ਼ਰਤ ਦਾ ਪਾਤਰ ਬਣ ਜਾਂਦਾ ਹੈਗਾ। ਇਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਜਦੋਂ ਤੈਨੂੰ ਇੱਕ ਤਾਂ ਸਮਾਂ ਸੀਮਤ ਮਿਲਿਆ, ਉਹ ਸੀਮਤ ਸਮੇਂ ਵਿੱਚ ਰਹਿੰਦਾ ਉਹ ਇੰਨੇ ਚੰਗੇ ਕੰਮ ਕਰ ਵੀ ਜਾਣ ਲੱਗਿਆ ਤੈਨੂੰ ਆਦਰ ਮਿਲੇ। ਦੂਜੀ ਗੱਲ, ਇੰਨਾ ਕੋ ਇੱਥੇ ਧਨ ਦੌਲਤ ਖਾਣ ਦੀ ਬਚਾਏ ਬਚਾ ਜਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੈਨੂੰ ਥੋੜਾ ਬਹੁਤਾ ਸਤਿਕਾਰ ਮਿਲੇ, ਥੋੜਾ ਬਹੁਤਾ ਤੈਨੂੰ ਪ੍ਰੇਮ ਮਿਲੇ, ਆਦਰ ਮਿਲੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਦਰ ਦਿੱਤਾ ਪਾਰ ਬ੍ਰਹਮ, ਗੁਰ ਸੇਵਿਆ ਸਤ ਭਾਏ ਜੀਓ। ਫਿਰ ਜਿਨ੍ਹਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਨਾਲ ਜੁੜ ਕੇ ਆਪਣੇ ਆਪ ਨੂੰ ਸੋਹਣਾ ਬਣਾਇਆ, ਥਾਨ ਥਨੰਤਰ ਰੱਬ ਰਹਿਆ ਸਰਬ ਜੀਆਂ ਪ੍ਰਤਪਾਲ ਜੀਓ। ਸਾਰੇ ਜੀਵ ਜਿੱਥੇ ਜਿੱਥੇ ਜਿਸ ਥਾਵਾਂ ਵਿੱਚ ਰਹੇ ਨੇ ਸਭ ਨੂੰ ਉਹ ਮਾਲਕ ਪਰਮੇਸ਼ਰ ਆਪ ਖੁਦ ਪਾਲਦਾ ਹੈ। ਉਹ ਪਾਲਣਹਾਰੇ ਪਰਮਾਤਮਾ ਨੂੰ ਕਦੇ ਨਾ ਭੁੱਲੀਏ, ਪਾਲਣਹਾਰੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੀਏ, ਫਿਰ ਸਾਡੀ ਜ਼ਿੰਦਗੀ ਸੋਹਣੀ ਹੈ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਖਜ਼ਾਨਾ ਸੰਚਿਆ, ਸੱਚ ਦਾ ਖਜ਼ਾਨਾ ਸੰਚਿਆ, ਇਕੱਠਾ ਕੀਤਾ, ਸੱਚ ਖਜ਼ਾਨਾ ਸੰਚਿਆ, ਏਕ ਨਾਮ ਧਨ ਮਾਲ ਜੀਓ। ਏਕ ਕੱਕੇ ਪੈਰ ਵਿੱਚ ਔਂਕੜ ਹੈ, ਅਰਥ ਕੀ ਬਣ ਗਿਆ, ਨਾਮ, ਇੱਕ ਪਰਮਾਤਮਾ ਦੇ ਨਾਮ ਦਾ ਧਨ ਹੀ ਸੱਚਾ ਧਨ ਹੈ। ਏਕ ਨਾਮ ਧਨ ਮਾਲ ਜੀਓ, ਇਹੀ ਧਨ ਨੇ, ਇਸੇ ਦੌਲਤ ਨੇ ਅੱਗੇ ਕੰਮ ਹੋਣਾ। ਅੱਗਾ ਕੀ ਆ, ਜੋ ਸਾਡਾ ਆਉਣ ਵਾਲਾ ਜੀਵਨ ਹੈ ਭਵਿੱਖ ਦੇ ਵਿੱਚ, ਮਨ ਤੇ ਕਬਹੂ ਨਾ ਵਿਸਰੈ ਜਾਂ ਆਪ ਹੋਆ ਦਇਆਲ ਜੀਓ। ਫਿਰ ਉਹ ਵਾਹਿਗੁਰੂ ਪਾਤਸ਼ਾਹ ਸਾਡੇ ਮਨ ਤੋਂ ਕਦੇ ਵੀ ਨਹੀਂ ਵਿਸਰੇਗਾ ਜਿੱਦੇ ਸਾਡੇ ਤੇ ਉਹ ਦਿਆਲ ਹੋ ਗਿਆ। ਵੈਸੇ ਤਾਂ ਉਹ ਦਿਆਲ ਸਾਡੇ ਤੇ ਹੈ, ਅਸੀਂ ਉਹਦੀ ਦਿਆਲਤਾ ਨੂੰ ਸਮਝੇ ਨਹੀਂ। ਉਹ ਵੈਸੇ ਸਾਡੇ ਤਰਸ ਕਰਦਾ, ਪਰ ਉਹਦੇ ਤਰਸ ਦੇ ਭਾਵ ਪੱਖ ਨੂੰ ਅਸੀਂ ਸਮਝੇ ਨਹੀਂ। ਹਾਂ
बिल्कुल नहीं समझेगी। बस समझण की कोशिश करिए, वाहिगुरू भला करेगा। बस अज की जिहड़ी शब्द की विचार सी उहदा मेन विषय यही सी भी असीं हुक्म दे विच आई हाँ, हुक्म दे विच चले जाना, हुक्म दे विच रह के आपां अपने आप नूं थोड़ा बहुता समझण दा यतन करिए, हुक्म दे विच रह के अपने आप नूं बदलिए, अपने परिवार नूं बदलिए, कोशिश करिए अपने बच्चों नूं जरूर बदलिए। जिमें सियाणिਆਂ ਦੀ कहावत आ ना, किसान वीर ने जो खेती बीजनी आ वो खेती बीजण तो पहला ना, बीज बीजण तो पहला 1 साल का जां 2 सालां का वो टीचा मिथ लैंदा गा। कुछ ना कुछ लंबा टाइम पहला ना कुछ सोचदा हो, कुछ मिथदा, वो जमीन नूं उस बत दी करदा, उस भाव लै दी करदा भी भाव मैं अगले साल दे आ फसल बीजनी आ। वो फसल बीजण तो पहला 6 महीने साल उहदी तैयारी आरंभ कर दिंदा गा। किसी ने माली ने बाग लाउणा ना, बाग की सांभ संभाल बाग तो अगे झाड़ लैणा गा ते घट्टो घट्ट वो 5 साल पहला वो जमीन नूं बाग वाली जमीन बनाउण दी ताकत देनी शुरू कर दिंदा गा। इवें जिमें किसी कौम नूं सोहना बनाउणा होवे तां चेता रखियो भी 20 साल पहला 50 साल पहला सोचना पवेगा भी आउण वाले 20 30 50 सालां तक भी मैं फसल बीज दित्ती आ जां नहीं बीजी। सच ये आ बिरले थावां नूं छड्ड के, बिरलिਆਂ नूं छड्ड के जिहड़ी अज साडी कौम आ ना, इह पुराने बूटे खड़े ने, अजे नविਆਂ नूं तैयार करन दा इन्हां ने यतन नहीं कीता। नवा बाग लाउण की कोशिश किन्ने कीती, सोच के देखो। पुराने तो भाव इशारा समझते हैं ना, पुराने मुੱਢ ने वो बाग चों पट्टने पैंदे ने। बाग दे विच पुराने बूटे को ना झाड़ देणों हट गए, वो खड़ सुक जे हो गए, वो किसी काम दे नहीं हन। ना उन्हां च हरियावला, ना उन्हां दे विच फल आ, ना ही उन्हां दे फुੱਲ ने, ना ही उन्हां दे पत्ते काम दे ने। खड़ सुक हो गए ते माली की कहंदा भी इन्हां ने 5 साल 10 साल मैनूं झाड़ दे दित्ता, 20 साल मान लो भी मैनूं झाड़ दे दित्ता, शाबाशे। उन्हां नूं शाबाशे दे के उदों बाद विचों कढ दिंदा वो ते खाक मिट्टी वो नवें बूटिਆਂ ਦੀ ਤਿਆਰ कर लैंदा भी नवां बूटा इत्थे किते सेती खराब ना हो जाए, वो बत्त बना के फिर उत्थे नवां बूटा लांदा, बत्त बना के। इवें जिवें साडी कौम दे किन्ने को आगू लोग ने जिन्हां ने नवें बूटे तैयार कीते ने, बहुत थोड़े ने जिन्हां ने नवें बूटे तैयार कीते ने। जमीन विहली पई आ, जमीन तो भाव गुरुद्वारे विहले ने ते नवें बूटे है ही नहीं गए। गौर करके देखो, किते किते ने चलो जिथे कोई पनीरी तैयार की है, वाहिगुरू भली करे ते भाव खड़ सुक निकल जाए, कोई गुनाह नहीं हुंदा गा ते उत्थे नवां बूटा लग जाए तां उहदे लई आपां नूं आउण वाले टाइम दे विच चंगा फल मिल सकदा है। सो सब दा भला वाहिगुरू परमात्मा करे। सारी संगत दा धन्नवाद। बड़ियां गलतियां रह जांदियां ने, गुरु की पावन बाणी पढ़दे आ सुनदे आ, संगत ते गुरु साहब बख्शण योग ने। वाहिगुरू जी का खालसा, वाहिगुरू जी की फतेह। राम कली महला तीजा, आनंद एको ओंकार, सतगुर प्रसाद।